ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਵੈਲਕਮ ਟੂ ਦ ਸ਼ੋ ਅਰਵਿੰਦਰ ਜੀ। ਬਹੁਤ ਸ਼ੁਕਰੀਆ ਸਰ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਹੁਣ ਸਾਡੇ ਦਰਸ਼ਕ ਜੋ ਪੁੱਛਦੇ ਨੇ ਉਹੀ ਅਸੀਂ ਤੁਹਾਡੇ ਕੋਲੋਂ ਪੁੱਛਣਾ ਹੈ ਜੀ। ਅਸੀਂ ਹਮੇਸ਼ਾ ਡੇਟਸ ਦੀ ਗੱਲ ਕਰਦੇ ਹਾਂ, ਅਮਰੀਕਾ ਦਾ ਜੋ ਸਟੇਟਸ ਹੈ ਉਹਦੀ ਗੱਲ ਕਰਦੇ ਹਾਂ। ਇਮੀਗ੍ਰੈਂਟਸ ਦਾ ਕੀ ਸਟੇਟਸ ਹੈ? F4 ਵੀਜ਼ਾ ਜਿਹਨੂੰ ਆਪਾਂ ਕਹਿੰਦੇ ਹਾਂ, ਇਸ ਵਕਤ ਉਹਦਾ ਐਟ ਪ੍ਰੈਜ਼ੈਂਟ ਕੀ ਸਟੇਟਸ ਚੱਲਦਾ ਪਿਆ? ਕਿਉਂਕਿ ਸਾਡੇ ਦਰਸ਼ਕ ਖਾਸ ਤੌਰ ਤੇ ਜਾਣਨਾ ਚਾਹੁੰਦੇ ਜੀ। ਆਪਾਂ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਸਾਰੀਆਂ ਤਰੀਕਾਂ ਦੀ। ਬੇਸਿਕਲੀ ਨਾਨ ਇਮੀਗ੍ਰੈਂਟਸ ਵੀਜ਼ਾਸ ਦੀਆਂ ਜਿਹੜੀਆਂ ਅਪਾਇੰਟਮੈਂਟਸ ਦਾ ਬਹੁਤ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਔਰ ਮੈਨੂੰ ਲੱਗਦਾ ਕਿ ਅਸੀਂ ਅਗਲੇ ਸ਼ੋਅ 'ਤੇ ਜਦੋਂ ਆਵਾਂਗੇ ਨੈਕਸਟ ਵੀਕ ਉਦੋਂ ਤੱਕ ਇਹ ਚੀਜ਼ਾਂ ਨਾਰਮਲ ਹੋਣਗੀਆਂ। ਬਿਕੋਜ਼ ਅੰਬੈਸੀ ਨੇ ਕਿਹਾ ਸੀਗਾ ਕਿ ਅਸੀਂ ਅਕਤੂਬਰ ਮਿਡ ਤੋਂ ਸੋ ਅਸੀਂ ਸੈਕਿੰਡ ਥਰਡ ਵੀਕ ਤੋਂ ਸੋਚ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਦੀ ਜਿਹੜੀ ਇੱਕਦਮ ਮੁੜ ਬਹਾਲੀ ਹੋ ਜਾਏਗੀ ਔਰ ਚੰਗੇ ਵਧੀਆ ਨੰਬਰਸ ਵਿੱਚ ਆਉਣਗੀਆਂ। F4 ਵਾਲੇ ਜਿਹੜੇ ਇਮੀਗ੍ਰੈਂਟ ਕੇਸਿਸ ਦੀ ਬੇਸਿਕਲੀ ਸਟੋਰੀ ਹੈ, ਉਹਦੇ 'ਚ ਕਾਫੀ ਟਰੈਕ ਦੇ ਉੱਪਰ ਹੈ। ਸੋ ਉਹ ਈਅਰ ਵਾਈਜ਼ 2005-6 ਵਾਲੇ ਜਿਹੜੇ ਕੇਸਿਸ ਆ ਉਹ ਨਿਕਲ ਰਹੇ ਆ। ਸੋ ਉਹਦੇ 'ਚ ਇੱਕ ਚੀਜ਼ ਦੇਖਣ ਵਾਲੀ ਹੈ ਕਿ ਕੁਝ ਕੇਸਿਸ ਜਿਹੜੇ ਜਦੋਂ ਤੁਸੀਂ ਇਮੀਗ੍ਰੇਸ਼ਨ ਵਾਲੇ ਕੇਸਿਸ ਲਈ ਬੰਬੇ ਜਾਂਦੇ ਹੋ, ਬੰਬੇ ਜਾ ਕੇ ਕਈ ਐਪਲੀਕੈਂਟਸ ਨੂੰ ਵੀਜ਼ਾ ਇਮੀਡੀਏਟਲੀ ਗ੍ਰਾਂਟ ਹੋ ਜਾਂਦਾ, ਕਈਆਂ ਦੇ ਪਾਸਪੋਰਟ ਖਾਲੀ ਆਉਂਦੇ ਨੇ ਔਰ ਉਹਨਾਂ ਨੂੰ ਸੈਕਸ਼ਨ 221 ਦੇ ਵਿੱਚ ਦੁਬਾਰਾ ਕੋਈ ਕਾਗਜ਼ਾਂ ਦੀ ਮੰਗ ਕੀਤੀ ਜਾਂਦੀ ਹੈ। ਸੋ ਉਹ ਚੀਜ਼ਾਂ ਤੁਸੀਂ ਪਹਿਲਾਂ ਅਪ ਫਰੰਟ ਖਿਆਲ ਰੱਖ ਸਕਦੇ ਹੋ, ਬਿਕੋਜ਼ ਉਹ ਤੇਰੀ ਚੈੱਕ ਲਿਸਟ ਵਿੱਚ ਨਹੀਂ ਆਉਂਦਾ ਜੀ। ਸੋ ਤੁਸੀਂ PCC 2 ਸਾਲ ਹੀ ਵੈਲਿਡ ਹੈ। ਸੋ PCC ਅਗਰ ਤੁਸੀਂ 2 ਸਾਲ ਦੇ ਵਿੱਚ ਕਰਵਾਈ ਹੋਈ ਤਾਂ ਚੱਲਦੀ ਹੈ। ਮੈਡੀਕਲ ਜਿਹੜੇ ਮੈਡੀਕਲ ਇੰਸਟੀਚਿਊਟਸ ਨੇ ਜਿਹੜੀ ਤੁਹਾਡੀ ਲੋਕੇਸ਼ਨ ਦੇ ਉੱਪਰ, ਉਹ ਜਦ ਤੱਕ ਤੁਹਾਡੀ ਅੰਬੈਸੀ ਵਾਲੀ ਤਰੀਕ ਨਹੀਂ ਮਿਲਦੀ ਤਦ ਤੱਕ ਉਹ ਮੈਡੀਕਲ ਨਹੀਂ ਤੁਹਾਨੂੰ ਦਿੰਦੇ। ਸੋ ਇਸ ਕਰਕੇ ਤਕਰੀਬਨ ਤੁਹਾਡੇ ਕੋਲ 2 ਹਫ਼ਤੇ ਪਹਿਲਾਂ ਤੁਹਾਨੂੰ ਮੈਡੀਕਲ ਦੀ ਅਪਾਇੰਟਮੈਂਟ ਮਿਲਦੀ ਉਹਨਾਂ ਦੀ। ਔਰ ਮੈਡੀਕਲ ਟਾਈਮ ਨਾਲ ਹੋ ਜਾਂਦਾ, ਇਹਦੇ 'ਚ ਕੋਈ ਪਰੇਸ਼ਾਨੀ ਨਹੀਂ ਹੈਗੀ, ਬਿਕੋਜ਼ ਪ੍ਰਾਇੋਰਟੀ ਉਹਨਾਂ ਨੂੰ ਦਿੰਦੇ ਜਿਨ੍ਹਾਂ ਕੋਲ ਤਰੀਕਾਂ ਹੈਗੀਆਂ ਜੀ। ਜਿਹੜਾ ਮਸਲਾ ਪੈਂਦਾ ਆ ਉਹ ਜਿਹੜੀਆਂ VFS ਦੀਆਂ ਅਪਾਇੰਟਮੈਂਟਸ ਲੈਣੀਆਂ, ਉਹ ਕਿਤੇ ਦਿੱਕਤ ਆਉਂਦੀ ਹੈ ਔਰ ਅਸੀਂ ਕਾਫੀ ਲੋਕਾਂ ਨੂੰ 'ਚ ਹੈਲਪ ਵੀ ਕੀਤੀ ਹੈ। ਸੋ ਅਪਾਇੰਟਮੈਂਟਸ ਜਿਹੜੀਆਂ ਮੁੰਬਈ ਦੀਆਂ, ਉਹ ਦਿੱਲੀ ਦੀਆਂ ਇਸ ਟਾਈਮ ਨਹੀਂ ਦੇ ਰਹੇ। ਜਿਹੜੀਆਂ ਫਿੰਗਰਪ੍ਰਿੰਟਸ ਵਾਲੀਆਂ ਨੇ ਉਹ ਵੀ ਇਸ ਟਾਈਮ ਮੁੰਬਈ ਦੀਆਂ ਹੀ ਮਿਲ ਰਹੀਆਂ ਨੇ ਜੀ। ਔਰ ਜਿਨ੍ਹਾਂ ਨੇ ਹੁਣ ਜਾਣਾ ਆ ਉਹਦੇ 'ਚ ਇੱਕ ਗੱਲ ਦਾ ਖਿਆਲ ਰੱਖੋ ਕਿ ਜਿਹੜੇ ਤੁਹਾਡੇ IR ਜਿਹੜਾ ਇਨਕਮ ਟੈਕਸ ਵਾਲਾ ਜਿਹੜਾ ਅਸੀਂ ਫਾਰਮ ਸਬਮਿਟ ਕੀਤਾ ਹੁੰਦਾ, ਉਹ ਅਗਰ ਤੁਹਾਡਾ 18 ਦਾ ਜਮ੍ਹਾਂ ਹੋਇਆ ਜਾਂ 19 ਦਾ ਜਮ੍ਹਾਂ ਹੋਇਆ, ਉਸ ਤੋਂ ਬਾਅਦ ਤੁਹਾਡਾ ਕੇਸ ਨਿਕਲ ਕੇ ਬਾਹਰ ਆ ਗਿਆ, 2 ਸਾਲ ਦਾ ਸਮਾਂ ਬੇਸਿਕਲੀ ਜਿਹੜਾ ਇਹ ਹਵਾ 'ਚ ਲੰਘ ਗਿਆ ਜੀ। ਔਰ ਕਾਇਦੇ ਮੁਤਾਬਕ ਇਹ ਹੈ ਕਿ ਤੁਹਾਡਾ 19 ਦਾ ਕੇਸ ਸੀਗਾ, ਸੋ ਤੁਹਾਡਾ ਇਹ 20 ਦੇ ਵਿੱਚ ਹੱਲ ਹੋ ਜਾਣਾ ਸੀ ਔਰ ਤੁਹਾਡੇ ਜਿਹੜੇ ਟੈਕਸ ਦੇ ਪੇਪਰ ਉਹ 19 ਵਾਲੇ ਚੱਲ ਜਾਣੇ ਸੀ। ਹਾਂਜੀ। ਬਟ ਅਸਲ 'ਚ ਪ੍ਰੈਕਟੀਕਲੀ ਕੀ ਹੋ ਰਿਹਾ, ਕੇਸਿਸ ਦਾ ਡਿਸੀਜ਼ਨ 22 ਦੇ ਵਿੱਚ ਆ ਰਿਹਾ ਹੈ ਜੀ। ਸੋ ਇਸ ਕਰਕੇ ਅੰਬੈਸੀ ਜਦੋਂ ਜਾਂਦੇ ਹੋ, ਉੱਥੇ ਕਾਉਂਸਲਰ ਡਿਪਾਰਟਮੈਂਟ ਇਹਨਾਂ ਕੋਲੋਂ ਜਿਹੜੇ ਐਡੀਸ਼ਨਲ 21 ਵਾਲੇ ਜਾਂ 20 ਵਾਲੇ ਇਨਕਮ ਟੈਕਸ ਦੇ ਪੇਪਰ ਮੰਗਦੇ ਨੇ, ਜਿਹੜਾ ਤੁਹਾਡੇ ਪਟੀਸ਼ਨਰ ਹੈ ਜੀ। ਸੋ ਜਿਹੜੇ ਤੁਸੀਂ ਓਰੀਜਨਲ ਡਾਕੂਮੈਂਟ ਲਾਏ ਸੀ, ਜਿਹੜੇ ਤੁਹਾਡੇ ਬਰਥ ਸਰਟੀਫਿਕੇਟ ਲਾਏ ਸੀ, ਜਿਹੜੇ ਤੁਹਾਡੇ ਮੈਰਿਜ ਸਰਟੀਫਿਕੇਟ ਲੱਗੇ ਨਾਲ, ਉਹ ਸਭ ਓਰੀਜਨਲ ਮੰਗਵਾ ਕੇ ਕੋਲ ਰੱਖ ਲੈਣੇ, ਬਿਕੋਜ਼ ਇਹ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਹੋ ਤੁਸੀਂ। ਔਰ ਜਿਹੜਾ ਉਸ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਟੈਕਸ ਦੇ ਪੇਪਰ ਆ, IRS ਜਿਹੜੇ ਆ, ਉਹ ਤੁਸੀਂ ਹੁਣ ਤੱਕ ਦੇ ਨਾਲ ਮੰਗਵਾ ਲੈਣੇ ਆ। ਸੋ ਜਿਨ੍ਹਾਂ ਨੇ ਵੀ ਅੰਬੈਸੀ ਜਾਣਾ ਆ, ਉਹ ਜਿਹੜੇ ਇਨਕਮ ਟੈਕਸ ਦੇ ਪੇਪਰ ਆ, ਜਿਹੜੇ ਉਹ ਪਟੀਸ਼ਨਰ ਦੇ ਜਿਹੜੇ ਆ, ਸੋ ਉਹ ਨਾਲ ਲੈ ਕੇ ਅੰਬੈਸੀ ਜਾਓਗੇ ਤਾਂ ਤੁਹਾਡਾ ਫੈਸਲਾ ਵੀਜ਼ੇ ਦਾ ਇਮੀਡੀਏਟਲੀ ਹੋ ਜਾਏਗਾ। ਰਾਈਟ। ਬਟ ਸਟਿਲ ਅਗਰ ਕੋਈ ਕਾਰਨ ਕਰਕੇ ਤੁਹਾਨੂੰ ਖਾਲੀ ਪਾਸਪੋਰਟ ਵਾਪਸ ਆ ਜਾਂਦੇ ਆ, ਹਾਂਜੀ, ਸਟਿਲ ਤੁਸੀਂ ਆਪਣੇ ਇਹੀ ਡਾਕੂਮੈਂਟ, ਤੁਹਾਨੂੰ 221 ਸੈਕਸ਼ਨ ਦੇ ਵਿੱਚ ਤੁਹਾਡੇ ਕੋਲ 221 ਦਾ ਮਤਲਬ ਹੁੰਦਾ ਕਿ ਤੁਹਾਡੇ ਕੋਲ ਡਾਕੂਮੈਂਟਸ ਦੀ ਐਡੀਸ਼ਨਲ ਡਿਮਾਂਡ ਕੀਤੀ ਗਈ। ਸੋ ਅਗਰ ਤੁਹਾਡੇ ਕੋਲ ਡਾਕੂਮੈਂਟਸ ਦੀ ਐਡੀਸ਼ਨਲ ਡਿਮਾਂਡ ਕੀਤੀ ਗਈ, ਸੋ ਉਹ ਤੁਸੀਂ ਵਾਪਸ VFS ਸੈਂਟਰ ਜਮ੍ਹਾਂ ਕਰਾਉਂਦੇ ਹੋ ਜੀ। VFS ਸੈਂਟਰ ਦੇ ਵਿੱਚ ਤੁਹਾਨੂੰ ਪਾਸਪੋਰਟ ਦੁਬਾਰਾ ਨਾਲ ਜਮ੍ਹਾਂ ਕਰਾਉਣੇ ਪੈਣਗੇ, ਨਾਲ ਪਰ ਐਪਲੀਕੈਂਟ ਜਿਹੜੀ ਪਾਸਪੋਰਟ 'ਤੇ ਤੁਸੀਂ ਫੀਸ ਭਰੋਗੇ ਉੱਥੇ ਕੋਰੀਅਰ ਕਰਨ ਦੀ ਜੀ, ਤੇ ਉਹ ਮੁੜ ਅੰਬੈਸੀ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਂਦੇ, ਫਿਰ ਵੀਜ਼ਾ ਲੱਗ ਕੇ ਵਾਪਸ ਆ ਜਾਂਦਾ ਹੈ। ਸੋ ਤੁਸੀਂ ਕਮ ਸੇ ਕਮ ਆਪਣਾ 1 ਮਹੀਨੇ ਦਾ ਸਮਾਂ ਬਚਾ ਸਕਦੇ ਹੋ ਅਗਰ ਤੁਸੀਂ ਪਹਿਲਾਂ ਤਿਆਰੀ ਕਰਕੇ ਗਏ ਆ। ਸੋ ਇਮੀਗ੍ਰੈਂਟਸ ਲਈ ਇਹ ਖਾਸ ਅਪਡੇਟ ਹੈ, ਬਿਕੋਜ਼ ਜਿੰਨੇ ਵੀ ਕੇਸਿਸ ਨੇ ਇਹ ਸਾਰਿਆਂ ਦੇ ਵਿੱਚ ਤਕਰੀਬਨ ਦਿੱਕਤ ਆ ਰਹੀ ਹੈ। ਸੋ ਸ਼ੁਰੂ ਦੇ ਵਿੱਚ ਕੁਝ ਕੇਸਿਸ ਨੂੰ ਬਿਨਾਂ ਟੈਕਸ ਦੇ ਫਾਰਮ ਤੋਂ ਵੀਜ਼ਾਸ ਗ੍ਰਾਂਟ ਹੋਏ ਆ, ਬਟ ਅਸੀਂ ਲਾਸਟ ਮੰਥ ਜਿੰਨੇ ਵੀ ਕੇਸਿਸ ਗਏ ਆ, ਸਭ ਦੇ ਵਿੱਚ ਉਹਨਾਂ ਕੋਲ ਟੈਕਸ ਦੇ ਪੇਪਰ ਮੰਗੇ ਆ। ਸੋ ਮੰਗਣ ਚਾਹੇ ਨਹੀਂ ਮੰਗਣ, ਇਹਤਿਆਤਨ ਤੁਸੀਂ ਉੱਥੋਂ ਈਮੇਲ ਕਰਵਾ ਲਓ, WhatsApp ਦੇ ਉੱਪਰ ਡਾਕੂਮੈਂਟ ਮੰਗਵਾ ਲਓ, ਪ੍ਰਿੰਟ ਕੱਢ ਕੇ ਨਾਲ ਲੈ ਜਾਓ ਅੰਬੈਸੀ ਦੇ ਵਿੱਚ। ਓਕੇ, ਮਤਲਬ ਇਹ ਸਾਰੀ ਚੀਜ਼ਾਂ ਤੁਹਾਨੂੰ ਤਿਆਰ ਕਰਨੀਆਂ ਪੈਣਗੀਆਂ। ਆਬਵੀਅਸਲੀ ਤੁਹਾਡਾ ਸਮਾਂ ਬਚਦਾ ਆ, ਬਿਕੋਜ਼ ਅੰਬੈਸੀ ਦਾ ਵੀ ਪ੍ਰੈਕਟੀਕਲੀ ਜਿਹੜਾ 22 ਦੇ ਅਕੋਰਡਿੰਗ ਫਿਰ ਵੀਜ਼ਾ ਪ੍ਰੋਸੈਸ ਹੋ ਰਿਹਾ, ਇਹ 20 ਦੇ ਅਕੋਰਡਿੰਗ ਨਹੀਂ ਹੋ ਰਿਹਾ। ਸੋ 18-19 ਵਾਲੇ ਜਿਹੜੇ ਕੇਸਿਸ ਨਿਕਲੇ ਸੀ, ਉਹਨਾਂ ਦੇ ਫੈਸਲਾ 20 ਦੀ ਥਾਂ ਤੇ ਹੁਣ 22 'ਚ ਹੋ ਰਿਹਾ। ਸੋ ਐਡੀਸ਼ਨਲ ਡਾਕੂਮੈਂਟੇਸ਼ਨ ਦੀ ਫਿਰ ਰਿਕੁਆਇਰਮੈਂਟ ਆ ਜਾਂਦੀ ਹੈ। ਮਤਲਬ ਪੋਜ਼ਿਟਿਵ ਸਾਈਨਸ ਨੇ ਸਾਡੇ ਲੋਕਾਂ ਵਾਸਤੇ। ਆਬਵੀਅਸਲੀ, ਬਿਕੋਜ਼ ਬਹੁਤ ਸਾਰੇ ਇਮੀਗ੍ਰੈਂਟਸ ਦੇ ਜਿਹੜੀਆਂ ਇਸ ਟਾਈਮ ਜਿਹੜੇ ਕੇਸਿਸ ਰੁਕੇ ਪਏ ਸੀਗੇ, ਉਹਨਾਂ ਦੀਆਂ ਅਪਾਇੰਟਮੈਂਟਸ ਲਗਾਤਾਰ ਆ ਰਹੀਆਂ। ਅੱਗੇ ਜਿਹੜੀ 60 ਦਿਨ ਵਾਲੀ ਬਹੁਤ ਸਾਰੇ ਲੋਕਾਂ ਨੂੰ ਈਮੇਲ ਆਉਂਦੀ ਸੀ
ਵੀ ਤੁਹਾਨੂੰ ਲਾਈਕ ਅਸੀਂ ਬਹੁਤ ਜਲਦੀ ਤੁਹਾਨੂੰ ਤਰੀਕ ਦੇ ਰਹੇ ਹਾਂ, ਸੋ ਤੁਹਾਡਾ 60 ਦਿਨ ਤੁਸੀਂ ਇੰਤਜ਼ਾਰ ਕਰੋ। ਉਹ ਵਾਲੀਆਂ ਹੁਣ ਜਿਹੜੀਆਂ ਈਮੇਲਸ ਨੇ, ਹੁਣ ਉਹਦੇ 'ਚ ਈਮੇਲ ਆਉਂਦੀ ਹੈ ਤੁਹਾਡੀ ਅਪਾਇੰਟਮੈਂਟ ਦੀ, ਓਕੇ ਕਿ ਆਹ ਤੁਹਾਡਾ ਕੇਸ ਨੰਬਰ ਸੀ, ਹੁਣ ਤੁਹਾਡੀ ਇੰਨੀ ਤਰੀਕ ਹੈ, ਇੰਨੀ ਤਰੀਕ ਨੂੰ ਤੁਸੀਂ ਮੁੰਬਈ ਜਿਹੜਾ ਆ ਕੌਂਸਲੇਟ ਡਿਪਾਰਟਮੈਂਟ ਪਹੁੰਚੋ। ਔਰ ਉਹਦੇ ਨਾਲ ਤੁਸੀਂ ਖੁਦ ਕਰਨੀ ਹੈ ਜਿਹੜੀ VFS ਦੀ ਅਪਾਇੰਟਮੈਂਟ ਜ਼ਰੂਰ ਕਰਾਉਣੀ ਹੈ, ਬਾਇਓਮੈਟ੍ਰਿਕਸ ਦੀ, ਜਿੱਥੇ ਤੁਸੀਂ ਜਾ ਕੇ ਪਹਿਲਾਂ ਫਿੰਗਰ ਦੇਣੇ ਆ। ਉਹ ਫਿੰਗਰ ਤੁਸੀਂ ਕਿਤੇ ਵੀ ਕਰਾ ਸਕਦੇ ਹੋ, ਤੁਸੀਂ ਦਿੱਲੀ ਵੀ ਕਰਾ ਸਕਦੇ ਹੋ, ਦੂਜੀ ਤਰੀਕ ਲਈ ਤੁਸੀਂ ਬੰਬੇ ਜਾ ਸਕਦੇ ਹੋ। ਕਈ ਵਾਰੀ ਕਿਉਂਕਿ ਅੱਜ ਕੱਲ੍ਹ ਤਰੀਕਾਂ ਥੋੜ੍ਹੀਆਂ ਮੁਸ਼ਕਿਲ ਮਿਲਦੀਆਂ ਨੇ, ਸੋ ਇਸ ਕਰਕੇ ਕਈ ਵਾਰੀ ਇਹ ਹੁੰਦਾ ਕਿ ਤੁਹਾਨੂੰ ਹਫ਼ਤਾ 10 ਦਿਨ ਪਹਿਲਾਂ ਦੀ ਤਰੀਕ ਮਿਲਦੀ ਹੈ, ਦੂਸਰੀ ਤਰੀਕ ਬਾਅਦ 'ਚ ਆ, ਸੋ ਤੁਹਾਡੇ ਇੱਕ ਦੀ ਥਾਂ ਕਈ ਵਾਰੀ 2 ਚੱਕਰ ਜ਼ਰੂਰ ਲੱਗ ਜਾਂਦੇ ਆ। ਸੋ ਹੌਲੀ ਹੌਲੀ ਆਈ ਗੈਸ ਕਿ ਨੈਕਸਟ ਵੀਕ ਤੋਂ ਸ਼ਾਇਦ ਇਹਦਾ ਸਮਾਂ ਹੋਰ ਵੱਧ ਜਾਏਗਾ, ਬਿਕੋਜ਼ ਅੰਬੈਸੀ ਨੇ ਕਿਹਾ ਸੀਗਾ ਕਿ ਅਸੀਂ ਐਡੀਸ਼ਨਲ ਸਲੋਟਸ, ਐਡੀਸ਼ਨਲ ਅਪਾਇੰਟਮੈਂਟਸ ਹੋਰ ਜ਼ਿਆਦਾ ਬਿਹਤਰ ਕਰਨ ਜਾ ਰਹੇ ਹਾਂ, ਤਾਂ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਪਾਇੰਟਮੈਂਟਸ ਦੀਆਂ ਦਿੱਕਤਾਂ ਨਹੀਂ ਬਿਲਕੁਲ ਘੱਟ ਜਾਣ। ਓਕੇ, ਸੋ ਵਿਨ ਵਿਨ ਸਿਚੁਏਸ਼ਨ ਹੈ ਦੋਵੇਂ ਪਾਸੇ, ਔਰ ਜੋ ਸਾਡੇ ਕੰਮ ਤੇ ਹੋ ਰਿਹਾ ਹੁਣ ਲਗਾਤਾਰ, ਇਹ 'ਚ ਕੋਈ ਸ਼ੱਕ ਨਹੀਂ ਹੈ। ਬਿਲਕੁਲ, ਜੋ ਇੰਟਰਸਟਿਡ ਨੇ ਸਾਡੇ ਦਰਸ਼ਕ, ਹੁਣ ਉਹ ਬਿਲਕੁਲ ਜਿਹਨੂੰ ਕਹਿੰਦੇ ਨੇ ਨਾ ਕਿ ਹੋਪਫੁਲ ਰਹਿਣ ਕਿ ਦੇਰ ਇਜ਼ ਅ ਬ੍ਰਾਈਟ ਸਾਈਡ। ਸੋ ਹੁਣ ਆਪਾਂ ਅੱਗੇ ਵਧਦੇ ਹਾਂ। ਆਸਟ੍ਰੇਲੀਆ ਜੀ, ਆਸਟ੍ਰੇਲੀਆ ਇਸ ਵਕਤ ਕਾਫੀ ਖੁੱਲ੍ਹਾ ਹੋਇਆ ਔਰ ਕਾਫੀ ਇਨਵੀਟੇਸ਼ਨਸ ਦੇ ਰਿਹਾ ਇੱਕ ਤਰ੍ਹਾਂ ਨਾਲ ਸਾਡੇ ਉਹਨਾਂ ਸਾਰੇ ਭਾਈ ਬੰਧੂਆਂ ਨੂੰ ਜਿਹੜੇ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ। ਆਸਟ੍ਰੇਲੀਆ ਬੇਸਿਕਲੀ ਲਾਸਟ ਵੀਕ ਹੀ ਇਹਨਾਂ ਦੇ ਮਿਨਿਸਟਰ ਦਾ ਬਿਆਨ ਆਇਆ, ਔਰ ਬਿਕੋਜ਼ ਅਸੀਂ ਤਕਰੀਬਨ ਲੇਟੈਸਟ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਤਾਂ ਕਿ ਤੁਹਾਨੂੰ ਤਾਜ਼ਾ ਖਬਰਾਂ ਇਮੀਗ੍ਰੇਸ਼ਨ ਦੀਆਂ ਖਾਸ ਕਰਕੇ ਮਿਲਦੀਆਂ ਰਹਿਣ। ਸ਼ੋਰ। ਸੋ ਕੋਵਿਡ ਨੇ ਸਭ ਦਾ ਲੱਕ ਬਹੁਤ ਬੁਰੀ ਤਰ੍ਹਾਂ ਤੋੜਿਆ। ਕੋਵਿਡ ਦੇ ਵਿੱਚ ਬਹੁਤ ਸਾਰੀ ਜਿਹੜੀ ਸਕਿਲਡ ਮਾਈਗ੍ਰੇਸ਼ਨ ਰੁਕ ਗਈ, ਬਹੁਤ ਸਾਰੇ ਜਿਹੜੇ ਹੁਨਰਮੰਦ ਕੰਮ ਆ ਉਹ ਜਾਣੋਂ ਬੰਦ ਹੋ ਗਏ, ਸਟੂਡੈਂਟਸ ਦੀ ਜਿਹੜੀ ਰਫ਼ਤਾਰ ਰੁਕ ਗਈ। ਸੋ ਆਸਟ੍ਰੇਲੀਆ ਨੇ ਵੀ ਇਹਦੇ 'ਚ ਬਹੁਤ ਸਫਰ ਕੀਤਾ, ਬਿਕੋਜ਼ ਆਸਟ੍ਰੇਲੀਆ ਬਹੁਤ ਬੁਰੀ ਤਰ੍ਹਾਂ ਹਿੱਟ ਰਿਹਾ ਕੋਵਿਡ ਕਰਕੇ ਨਹੀਂ, ਕੋਵਿਡ ਦੀਆਂ ਰਿਸਟ੍ਰਿਕਸ਼ਨਸ ਕਰਕੇ। ਜੀ, ਨਿਊਜ਼ੀਲੈਂਡ ਆਸਟ੍ਰੇਲੀਆ ਦੋਨੋਂ ਬਹੁਤ ਬੁਰੀ ਤਰ੍ਹਾਂ ਹਿੱਟ ਰਹੇ। ਸੋ ਆਸਟ੍ਰੇਲੀਆ ਨੇ ਇਸ ਸਾਲ ਹਾਲੇ 77,000 ਵੀਜ਼ਾਸ ਨਵੇਂ ਅਲਾਟ ਕੀਤੇ ਆ, ਔਰ ਉਮੀਦ ਕਰ ਰਿਹਾ ਕਿ ਉਹਨਾਂ ਨੇ ਕੁਝ ਹੋਰ ਕੈਟਾਗਰੀਜ਼ ਓਪਨ ਅਪ ਕੀਤੀਆਂ ਨੇ ਕਿ ਜਿਹਦੇ ਵਿੱਚ ਹੁਨਰਮੰਦ ਜਿਹੜੇ ਲੋਕ ਨੇ, ਐਲੀਜੀਬਲ ਲੋਕ ਨੇ, ਉਹ ਵੀ ਜਾ ਸਕਣ। ਸੋ ਆਸਟ੍ਰੇਲੀਆ ਲਈ ਇਤਿਹਾਸਿਕ ਹੋਣ ਵਾਲਾ ਇਹ ਸਾਲ ਸ਼ੁਰੂ ਹੋ ਗਿਆ। ਸੋ ਤੁਸੀਂ ਵੇਖੋਗੇ ਆਸਟ੍ਰੇਲੀਆ ਦੇ ਵਿੱਚ ਇੱਕਦਮ ਜਿਹੜੀਆਂ ਨਵੀਆਂ ਕੈਟਾਗਰੀਜ਼ ਓਪਨ ਹੋਣਗੀਆਂ, ਨਵੇਂ ਵੀਜ਼ਾਸ ਓਪਨ ਹੋਣਗੇ, ਔਰ ਸਟੂਡੈਂਟਸ ਦੀ ਵੀਜ਼ਾਸ ਦੀ ਜਿਹੜੀ ਰਫ਼ਤਾਰ ਹੈ ਵਧੇਗੀ, ਬਿਕੋਜ਼ ਹਾਲੇ ਤੱਕ ਬੈਕਲੌਗ ਦੀ ਸਥਿਤੀ ਜ਼ਿਆਦਾ ਹੈ। ਬੈਕਲੌਗ ਆਸਟ੍ਰੇਲੀਆ ਦੇ ਵਿੱਚ ਵੀ ਗਰੋ ਕਰਨ ਲੱਗ ਪਿਆ, ਬਿਕੋਜ਼ ਕੈਨੇਡਾ ਵਾਂਗੂ ਆਸਟ੍ਰੇਲੀਆ ਦਾ ਡਿਪਾਰਟਮੈਂਟ ਕਾਫੀ ਵੱਡਾ ਆ, ਐਪਲੀਕੇਸ਼ਨਸ ਦਾ ਦਾਇਰਾ ਕਾਫੀ ਵੱਡਾ ਆ, ਬਟ ਇਸ ਸਮੇਂ ਦੇ ਵਿੱਚ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਬਹੁਤ ਸਖਤੀ ਹੈ। ਸਟੂਡੈਂਟ ਵੀਜ਼ਾਸ ਇਸ ਸਮੇਂ ਦੇ ਵਿੱਚ ਸਿਰਫ ਜਿੱਦਾਂ ਹੁਣ 2021 ਦੇ ਪਾਸ ਆਊਟ ਬੱਚੇ ਆ, ਇਹ ਜਨਵਰੀ ਸੈਸ਼ਨ ਤੱਕ ਹੀ ਜਾ ਪਾਉਣਗੇ, ਉਸ ਤੋਂ ਬਾਅਦ ਆਸਟ੍ਰੇਲੀਆ ਦਾ ਵੀਜ਼ਾ ਇਹਨਾਂ ਲਈ ਲੈਣਾ ਕਾਫੀ ਮੁਸ਼ਕਿਲ ਰਹੇਗਾ, ਪੇਚੀਦਾ ਰਹਿੰਦਾ ਹੈ। 2022 ਵਾਲੇ ਸਟੂਡੈਂਟਸ ਨੂੰ ਅਗਰ ਉਹ ਅਸੈਸਮੈਂਟ ਲੈਵਲ 1 ਦੀ ਯੂਨੀਵਰਸਿਟੀ ਜਾਂਦੇ ਨੇ ਤਾਂ ਵੀਜ਼ਾ ਦੇ ਚਾਂਸਸ ਨੇ। ਸੋ ਆਸਟ੍ਰੇਲੀਆ ਥੋੜਾ ਲਾਈਕ ਤੁਹਾਨੂੰ ਡਾਕੂਮੈਂਟੇਸ਼ਨ ਥੋੜੀ ਜ਼ਿਆਦਾ ਸਟੀਕ ਹੋਣੀ ਚਾਹੀਦੀ ਹੈ ਆਸਟ੍ਰੇਲੀਆ ਵੀਜ਼ਾ ਲੈਣ ਲਈ, ਸੋ ਇਹ ਕਾਫੀ ਅਹਿਮ ਹੈ ਇਸ ਟਾਈਮ। ਬਟ ਆਸਟ੍ਰੇਲੀਆ ਦੀ ਰਫ਼ਤਾਰ ਅੱਗੇ ਨਾਲੋਂ ਕਾਫੀ ਤੇਜ਼ ਹੋ ਗਈ ਆ। ਪਹਿਲਾਂ ਵੀਜ਼ਾ ਪਾਇਆ, ਤੁਹਾਡਾ ਡਿਸੀਜ਼ਨ ਕਦੋਂ ਆਉਣਾ ਪਤਾ ਨਹੀਂ ਲੱਗਦਾ ਸੀ, ਹੌਲੀ ਹੌਲੀ ਉਹਨੂੰ ਲਾਮਬੰਦ ਕਰ ਲਿਆ, ਹੌਲੀ ਹੌਲੀ ਬੈਕਲੌਗ ਨੂੰ ਨਜਿੱਠਣ ਲੱਗ ਪਏ ਨੇ। ਔਰ 77,000 ਐਪਲੀਕੇਸ਼ਨਸ ਨੂੰ ਜਿਹੜਾ ਸਟੂਡੈਂਟਸ ਨੂੰ ਵੀਜ਼ਾ ਦੇਣਾ, ਉਹ 'ਚੋਂ ਰਿਜੈਕਸ਼ਨ ਬਹੁਤ ਸਾਰੀ ਹੋਈ। ਤੁਸੀਂ ਸੋਚੋ ਕਿ ਅਸਲ 'ਚ ਨੰਬਰ ਬਹੁਤ ਵੱਡਾ ਇਹਨਾਂ ਨੇ ਡੀਲ ਕੀਤਾ ਆ। ਸੋ ਫਾਈਨਲੀ ਆਸਟ੍ਰੇਲੀਆ ਤੋਂ ਵੀ ਚੰਗੀ ਖਬਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਹੁਣ ਸਟੂਡੈਂਟਸ ਦੀ ਮੁੜ ਵਾਪਸੀ ਹੋਈ ਸ਼ੁਰੂ, ਈਵਨ ਜਿਹੜੇ ਪੁਰਾਣੇ ਸਟੂਡੈਂਟ ਸੀਗੇ ਉਹਨਾਂ ਲਈ ਰਸਤੇ ਪੱਧਰੇ ਹੋਏ ਆ, ਔਰ ਗਾਂ ਦੀ ਗਾਂ ਤੁਸੀਂ ਹੋਰ ਬਿਹਤਰ ਉਮੀਦ ਕਰੋਗੇ, ਬਿਕੋਜ਼ ਜਦੋਂ ਸਕਿਲਡ ਮਾਈਗ੍ਰੇਸ਼ਨ ਦੀ ਲੋੜ ਹੁੰਦੀ ਕਿਸੇ ਮੁਲਕ ਦੇ ਵਿੱਚੋਂ, ਉਹਦਾ ਸਭ ਤੋਂ ਵੱਡਾ ਜਿਹੜਾ ਸੋਰਸ ਹੈ ਉਹ ਸਟੂਡੈਂਟਸ ਆ। ਸਭ ਤੋਂ ਵੱਡੀ ਭਰਤੀ ਸਟੂਡੈਂਟਸ ਰਾਹੀਂ ਹੁੰਦੀ ਹੈ, ਔਰ ਸਟੂਡੈਂਟਸ ਹੀ ਜਾ ਕੇ ਅਲੱਗ-ਅਲੱਗ ਕਿੱਤਿਆਂ ਵਿੱਚ, ਅਲੱਗ-ਅਲੱਗ ਖੇਤਰਾਂ 'ਚ ਕੰਮ ਕਰਦੇ ਨੇ, ਔਰ ਉਹੀ ਜਿਹੜੀ ਉੱਥੋਂ ਦੀ ਜਿਹੜੀ ਇੰਪਲੋਇਮੈਂਟ ਸਟੇਬਿਲਿਟੀ ਆ ਉਹਦੇ ਵਿੱਚ ਬਹੁਤ ਕਾਰਗਰ ਸਥਿਤ ਹੁੰਦੇ ਨੇ। ਸੋ ਸਟੂਡੈਂਟਸ ਇੰਪੋਰਟੈਂਟ ਰਹਿਣ ਵਾਲਾ ਆਸਟ੍ਰੇਲੀਆ ਲਈ, ਬੇਫਿਕਰ ਨਾਲ ਅਪਲਾਈ ਕਰੋ। ਓਕੇ, ਮਤਲਬ ਹੁਣ ਸਟੂਡੈਂਟਸ ਵਾਸਤੇ ਵੀ ਵਿਨ ਵਿਨ ਸਿਚੁਏਸ਼ਨ ਹੈ। ਇੱਕ ਮੈਂ ਥੋੜਾ ਕੰਪੈਰੀਜ਼ਨ ਲੈਣਾ ਚਾਹਾਂਗਾ ਕਿ ਆਪਾਂ ਅਮਰੀਕਾ ਦੀ ਗੱਲ ਕੀਤੀ, ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਸਟੂਡੈਂਟਸ ਵਾਸਤੇ ਜ਼ਿਆਦਾ ਰਿਲੈਕਸੇਸ਼ਨਸ ਕਿੱਥੇ ਨੇ, ਅਮਰੀਕਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ? ਦੇਖੋ, ਅਮਰੀਕਾ ਨੇ ਤਾਂ ਬੰਦ ਨਹੀਂ ਕੀਤਾ। ਅਮਰੀਕਾ ਦਾ ਬਹੁਤ ਸਿੱਧਾ ਹਿਸਾਬ ਹੈ। ਅਮਰੀਕਾ ਨੂੰ ਤੁਸੀਂ ਮੇਰੇ ਖਿਆਲ ਨਾਲ ਦੁਨੀਆ ਦੀ ਕਿਸੇ ਅੰਬੈਸੀ ਨਾਲ ਕੰਪੇਅਰ ਕਰਨਾ ਜਾਇਜ਼ ਨਹੀਂ ਹੈਗਾ, ਬਿਕੋਜ਼ US ਫਰੰਟ ਫੁੱਟ ਬੈਟਿੰਗ ਵਾਲਾ ਕੰਟਰੀ ਹੈ। ਸੋ US ਨੂੰ ਜੋ ਚਾਹੀਦਾ ਉਹ ਇਮੀਡੀਏਟਲੀ ਰਾਈਟ ਨਾਓ ਕਰਕੇ ਹੁਣੇ ਖਤਮ। ਸੋ ਸਟੂਡੈਂਟ ਵੀਜ਼ਾ ਵੀ ਇਸੇ ਤਰੀਕੇ ਨਾਲ ਹੀ ਹੈ। ਜਦੋਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ ਆਸਟ੍ਰੇਲੀਆ, ਜਿੱਦਾਂ ਮੈਂ ਦੱਸਿਆ ਸੀ ਕਿ ਤੁਹਾਡੇ ਕੋਲ 21 ਵਾਲਿਆਂ ਦੀ ਲਾਸਟ ਸਮਾਂ ਆ, 22 ਵਾਲਿਆਂ ਦਾ ਸਮਾਂ ਸ਼ੁਰੂ ਹੈ। ਸੋ US ਇਹਨਾਂ ਸਭ ਵਹਿਮਾਂ ਤੋਂ ਲਾਂਭੇ ਆ। ਓਕੇ, US ਦੇ ਵਿੱਚ ਬੱਚੇ ਦੇ ਨੰਬਰ ਘੱਟ ਹੈ, ਕੋਈ ਦਿੱਕਤ ਨਹੀਂ, ਉਹਦਾ ਕੋਈ ਬੈਕਲੌਗ ਹੈ, ਕੋਈ ਦਿੱਕਤ ਨਹੀਂ, ਉਹਦੇ ਕੋਲ ਗੈਪ ਜ਼ਿਆਦਾ ਹੈ, ਕੋਈ ਦਿੱਕਤ ਨਹੀਂ। US ਵਿੱਚ ਇਕਲੌਤੀ ਚੀਜ਼ ਚਾਹੀਦੀ ਹੈ, ਉਹ ਹੈਗੀ ਤੁਹਾਡੀ ਇੰਗਲਿਸ਼ ਦੀ ਕਮਿਊਨੀਕੇਸ਼ਨ। ਅਗਰ ਸਟੂਡੈਂਟ ਇੰਗਲਿਸ਼ ਚੰਗੇ ਤਰੀਕੇ ਨਾਲ ਬੋਲ ਲੈਂਦਾ ਆ, ਔਰ ਉਹਦੇ ਕੋਲ ਲੌਜਿਕ ਹੈ ਅੰਬੈਸੀ ਨਾਲ ਗੱਲਬਾਤ ਕਰਨ ਦਾ, ਲੌਜਿਕ ਕਿ ਤੁਸੀਂ ਜੋ ਕਹਿ ਰਹੇ ਹੋ
ਤੁਸੀਂ ਜਿਸ ਐਜੂਕੇਸ਼ਨ ਲਈ ਚੱਲੇ ਤੁਸੀਂ ਰਿਸਰਚ ਕੀਤੀ ਉਹਦੇ ਲਈ, ਰਾਈਟ, ਸੰਬੰਧਿਤ ਪ੍ਰੋਗਰਾਮ ਤੁਸੀਂ ਇੰਡੀਆ 'ਚ ਕਿਉਂ ਨਹੀਂ ਪੜ੍ਹ ਰਹੇ, ਅਮਰੀਕਾ 'ਚ ਕਿਉਂ ਪੜ੍ਹ ਰਹੇ ਆ, ਇਹ ਪੜ੍ਹ ਕੇ ਤੁਹਾਡਾ ਫਿਊਚਰ ਕੀ ਹੋਣ ਵਾਲਾ ਆ। ਸੋ ਅਗਰ ਤੁਸੀਂ ਤਰਕ ਦੇ ਨਾਲ ਵੀਜ਼ਾ ਆਫਿਸਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੋਈ ਵੀ ਏਜ ਗਰੁੱਪ ਵਾਲਾ ਸਟੂਡੈਂਟ ਵੀਜ਼ਾ ਲੈ ਸਕਦਾ ਹੈ। ਸੋ ਜਿਹੜੇ ਮਾਸਟਰਸ ਲਈ ਸਟੂਡੈਂਟਸ ਜਾਂਦੇ ਨੇ ਉਹ 10-15 ਸਾਲ ਤੱਕ ਦੇ ਗੈਪ ਵਾਲੇ ਸਟੂਡੈਂਟ ਵੀਜ਼ਾ ਸਕਸੈਸ ਹਾਸਲ ਕਰ ਲੈਂਦੇ ਨੇ, ਰਾਈਟ, ਬਿਕੋਜ਼ ਮੈਚਿਓਰ ਸਟੂਡੈਂਟ ਆ, ਇਹ ਅਮਰੀਕਾ ਦੀ ਪਹਿਲੀ ਪਸੰਦ ਆ। ਮੈਚਿਓਰ ਸਟੂਡੈਂਟ ਬਹੁਤ ਜਲਦੀ ਸਟੇਬਲਾਈਜ਼ ਹੁੰਦੇ ਆ। ਸੋ ਇਸ ਕਰਕੇ ਯੂਐਸ ਦਾ ਤੇ ਫੰਡਾ ਹੀ ਬਹੁਤ ਸਿੰਪਲ ਹੈ। ਤੁਸੀਂ ਅਗਰ ਤੁਸੀਂ ਸਿਆਣੇ ਹੋ, ਅਗਰ ਤੁਸੀਂ ਸਮਝਦਾਰ ਹੋ, ਅੰਗਰੇਜ਼ੀ ਬੋਲਦੇ ਹੋ, ਇਹੀ ਤੁਹਾਡੀ ਕੁਆਲੀਫਿਕੇਸ਼ਨ ਹੈ, ਇਹੀ ਯੂਐਸ ਵੀਜ਼ਾ ਦਾ ਸੀਕ੍ਰੇਟ ਹੈ। ਸੋ ਵੀਜ਼ਾ ਆਫਿਸਰ ਨਾਲ ਤੁਸੀਂ ਗੱਲਬਾਤ ਕਰਕੇ ਗੱਲੀ ਬਾਤੀ ਵੀਜ਼ਾ ਲੈ ਸਕਦੇ ਹੋ। ਔਰ ਮੇਰੀ ਨਜ਼ਰ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ, ਮੈਨੂੰ 22-23 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਜੀ, ਜਿੰਨਾ ਕੁ ਮੈਂ ਅੰਬੈਸੀਜ਼ ਨਾਲ ਕੰਮ ਕੀਤਾ ਸੀ, ਅਲੱਗ-ਅਲੱਗ ਅੰਬੈਸੀ 'ਚ ਸਮੇਂ-ਸਮੇਂ 'ਤੇ ਟ੍ਰੇਨਿੰਗ ਹੁੰਦੀ ਰਹੀ ਸਾਡੀ, ਅਸੀਂ ਅਲੱਗ-ਅਲੱਗ ਸਮੇਂ ਦੇ ਵੀਜ਼ਾ ਆਫਿਸਰਸ ਨਾਲ ਸਲਾਹਾਂ ਕਰਦੇ ਰਹੇ ਹਾਂ। ਸੋ ਬਹੁਤ ਸਾਰੀਆਂ ਅੰਬੈਸੀ ਦੇ ਟ੍ਰੇਨਿੰਗ ਪ੍ਰੋਗਰਾਮਸ ਚੱਲਦੇ ਰਹੇ ਆ। ਔਰ ਉਹ ਸਾਰਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਅੱਜ ਤੱਕ ਦੀ ਸਮਝ ਸਭ ਤੋਂ ਬਿਹਤਰ ਲੱਗੀ ਹੈ ਉਹ ਯੂਐਸ ਦੀ ਹੈ ਕਿ ਯੂਐਸ ਨੂੰ ਤੁਹਾਡੀ ਟੈਕਨੀਕੈਲਿਟੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਯੂਐਸ ਨੂੰ ਤੁਹਾਡੀਆਂ ਪਰਟੀਕੂਲਰ ਕੰਟੈਂਟ, ਤੁਹਾਡਾ ਕੋਰਸ, ਤੁਹਾਡਾ ਸਬਜੈਕਟ, ਇਹ 'ਚ ਘੱਟ ਇਹ 'ਚ ਵੱਧ, ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਅਗਰ ਤੁਹਾਡੇ ਕੋਲ ਗਿਆਨ ਹੈਗਾ, ਅਗਰ ਤੁਹਾਨੂੰ ਸਮਝ ਹੈਗੀ, ਤੁਸੀਂ ਕਿਹੜਾ ਵੀਜ਼ਾ ਪਾਇਆ, ਕਿਉਂ ਚੱਲੇ ਹੋ, ਔਰ ਵੀਜ਼ਾ ਅਫਸਰ ਨੂੰ ਸਮਝਾਤਾ, ਕੰਮ ਖਤਮ ਹੈ। ਓਕੇ, ਸੋ ਯੂਐਸ ਬਹੁਤ ਸਿੰਪਲ ਵੀਜ਼ਾ ਪ੍ਰੋਸੈਸ ਆ ਔਰ ਬੜੇ ਆਰਾਮ ਨਾਲ ਮਿਲਦਾ ਆ, ਬਸ਼ਰਤੇ ਕਿ ਤੁਸੀਂ ਤਿਆਰ ਹੋ ਕੇ ਜਾਓ। ਇਸ ਬੇਸਿਕਲੀ ਪਰਸਨੈਲਿਟੀ ਟੈਸਟ ਲੱਗ ਰਿਹਾ ਮੈਨੂੰ ਤੇ ਇਹ ਐਗਜ਼ੈਕਟਲੀ ਇਸ ਤਰੀਕੇ ਨਾਲ ਇਹ ਤੁਹਾਡੀ ਜੌਬ ਇੰਟਰਵਿਊ ਵਾਂਗੂ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਜੌਬ ਇੰਟਰਵਿਊ ਵਿੱਚ ਕੈਂਡੀਡੇਟ ਆਉਂਦੇ ਹੋ, ਤੁਹਾਡਾ ਕੌਨਫੀਡੈਂਸ ਲੈਵਲ ਚੈੱਕ ਕੀਤਾ ਜਾਂਦਾ, ਤੁਹਾਡਾ ਨੌਲੇਜ ਕੁਐਸਚਨ ਚੈੱਕ ਕੀਤਾ ਜਾਂਦਾ। ਸੋ ਉਹ ਤੈਅ ਕਰਦਾ ਕਿ ਤੁਸੀਂ ਜੌਬ ਲਈ ਕਾਬਲੀਅਤ ਤੁਹਾਡੀ ਹੈਗੀ ਕਿ ਨਹੀਂ ਹੈਗੀ। ਸੋ ਯੂਐਸ ਵੀ ਸਟੂਡੈਂਟਸ ਨੂੰ ਇਸੇ ਤਰੀਕੇ ਨਾਲ ਚੈੱਕ ਕਰਦਾ ਆ। ਰਾਈਟ, ਸਟੂਡੈਂਟ ਦੀ ਕਾਬਲੀਅਤ ਉਹਦੇ ਮੂੰਹੋਂ ਬੋਲ ਕੇ, ਉਹ ਖੁਦ ਆਪਣਾ ਵਕੀਲ ਬਣ ਕੇ ਆਪਣਾ ਕੇਸ ਲੜ ਰਿਹਾ ਹੈ। ਐਗਜ਼ੈਕਟਲੀ, ਔਰ ਜੇ ਤੁਸੀਂ ਆਪਣਾ ਪੁਆਇੰਟ ਪ੍ਰੂਵ ਕਰਤਾ ਤਾਂ ਵੀਜ਼ਾ ਇਜ਼ ਯੂਅਰਸ। ਔਰ ਅਨਕੰਡੀਸ਼ਨਲੀ ਪੂਰੀ ਦੁਨੀਆ 'ਚ ਵੀਜ਼ਾ ਲਿਮਟਡ ਕੈਟਾਗਰੀ ਦਾ ਦਿੰਦੇ ਆ ਕਿ ਤੁਹਾਡੇ ਕੋਲ ਅਗਰ 2 ਸਾਲ ਦਾ ਪ੍ਰੋਗਰਾਮ, ਤੁਹਾਨੂੰ 2.25 ਸਾਲ ਦਾ ਵੀਜ਼ਾ ਮਿਲੂਗਾ। ਤੁਹਾਡਾ 3 ਸਾਲ ਦਾ ਪ੍ਰੋਗਰਾਮ, ਤੁਹਾਨੂੰ 3 ਸਾਲ ਦਾ, 3.5 ਸਾਲ ਦਾ ਵੀਜ਼ਾ ਮਿਲੂਗਾ ਜੀ। ਯੂਐਸ ਚਾਹੇ ਤੁਹਾਡਾ ਪ੍ਰੋਗਰਾਮ 1 ਸਾਲ ਦਾ, ਚਾਹੇ 2 ਸਾਲ ਦਾ, ਤੁਹਾਨੂੰ ਵੀਜ਼ਾ ਸ਼ੁਰੂ 'ਚ ਹੀ 5 ਸਾਲ ਦਾ ਹੈ। ਰਾਈਟ, ਰਾਈਟ। ਸੋ ਦਿਲ ਖੁੱਲ੍ਹਾ ਆ ਫਿਰ ਉੱਥੇ ਵਹਿਮਾਂ ਭਰਮਾਂ ਤੋਂ ਦੂਰ ਹੈ। ਸੋ ਇਹ ਚੀਜ਼। ਔਰ ਟੂਰਿਸਟ ਵੀਜ਼ਾ ਵੀ ਤੁਸੀਂ ਵੇਖੋ, ਅਗਰ ਤੁਸੀਂ ਚਾਹੇ 2 ਦਿਨ ਲਈ ਯੂਐਸ ਜਾਣ ਦਾ ਕੋਈ ਵੀਜ਼ਾ ਮੰਗਿਆ ਕਿ ਮੈਂ ਕਿਸੇ ਕੋਲ ਚੱਲਿਆ, ਮੈਂ ਕਿਤੇ ਘੁੰਮਣ ਚੱਲਿਆ, ਤੁਸੀਂ ਐਲੀਜੀਬਲ ਹੋ, ਸਿੱਧਾ 10 ਸਾਲ ਦਾ ਵੀਜ਼ਾ। ਸੋ ਤਾਂ ਹੀ ਕਹਿੰਦਾ ਕਿ ਯੂਐਸ ਵਹਿਮਾਂ ਭਰਮਾਂ ਤੋਂ ਦੂਰ ਹੈ। ਸੋ ਯੂਐਸ ਸਟ੍ਰੇਟ ਫਾਰਵਰਡ ਆ, ਫਰੰਟ ਫॉर ਬੈਟਿੰਗ ਹੈ। ਤੁਸੀਂ ਚੰਗੇ ਐਪਲੀਕੈਂਟ ਹੋ, ਯੈਸ ਵੀ ਨੀਡ ਯੂ, ਆ ਜਾਓ ਔਨ ਬੋਰਡ, ਖਤਮ ਹੈ ਸਟੋਰੀ। ਸੋ ਜ਼ਿਆਦਾ ਕੈਲਕੂਲੇਟਿਵ ਹੋਣ ਦੀ ਲੋੜ ਹੀ ਨਹੀਂ। ਅਗਰ ਤੁਸੀਂ ਸਟ੍ਰੇਟ ਫਾਰਵਰਡ ਫਰੰਟ ਫੁੱਟ ਬੈਟਿੰਗ ਵਾਲੀ ਭਾਸ਼ਾ ਸਮਝਦੇ ਹੋ ਤਾਂ ਇਹ ਵੀਜ਼ਾ ਲੈਣਾ ਸਭ ਤੋਂ ਸੌਖਾ ਹੈ। ਗੁੱਡ, ਬਹੁਤ ਵਧੀਆ ਗੱਲ ਹੈ ਜੀ। ਨਿਊਜ਼ੀਲੈਂਡ ਦਾ ਕੀ ਹਾਲ ਹੈ? ਕਿਉਂਕਿ ਉਹ ਪੇਰੈਂਟਿੰਗ ਨੂੰ ਲੈ ਕੇ, ਪੇਰੈਂਟਸ ਨੂੰ ਪੱਕਾ ਕਰਨ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਹੈ ਇਹਨਾਂ ਦਿਨਾਂ ਦੇ ਵਿੱਚ। ਅਸੀਂ ਨਿਊਜ਼ੀਲੈਂਡ ਦੇ ਬਾਰੇ ਕਾਫੀ ਕੁਝ ਸੁਣ ਰਹੇ ਹਾਂ ਔਰ ਹੋਪਫੁਲ ਵੀ ਲੱਗ ਰਹੇ ਨੇ, ਪਰ ਇਹ ਕਹਿੰਦੇ ਨੇ ਕਿ ਲੰਬਾ ਪ੍ਰੋਸੈਸ ਹੈ ਮਾਪਿਆਂ ਨੂੰ ਬੁਲਾਉਣਾ, ਪੱਕਾ ਕਰਵਾਉਣਾ, PR ਲੈਣਾ। ਯੂਐਸ ਦਾ ਨਿਊਜ਼ੀਲੈਂਡ ਦੇ ਵਿੱਚ ਚੀਜ਼ਾਂ ਬਿਲਕੁਲ ਸਟੈਂਡ ਸਟਿਲ ਹੋ ਗਈਆਂ ਸੀ। ਬਹੁਤ ਸੋਹਣੀ ਜਗ੍ਹਾ, ਬਹੁਤ ਚੰਗਾ ਕੰਟਰੀ, ਔਰ ਬਹੁਤ ਸਾਰੇ UK ਤੋਂ ਲੋਕ ਮਾਈਗ੍ਰੇਟ ਹੋ ਰਹੇ ਨੇ ਨਿਊਜ਼ੀਲੈਂਡ ਨੂੰ ਬਿਕੋਜ਼ ਆਫ ਲੋ ਕਾਸਟ ਆਫ ਲਿਵਿੰਗ, ਔਰ ਸ਼ਾਨਦਾਰ ਮੁਲਕ ਹੈ। ਬਟ ਨਿਊਜ਼ੀਲੈਂਡ ਦਾ ਵੀ ਬਹੁਤ ਜ਼ਿਆਦਾ ਵਰਸਟ ਹਿੱਟ ਅਗਰ ਪੂਰੀ ਦੁਨੀਆ 'ਚ ਕੋਈ ਕੰਟਰੀ ਰਿਹਾ ਕੋਵਿਡ ਦੇ ਵਿੱਚ ਤਾਂ ਉਹ ਨਿਊਜ਼ੀਲੈਂਡ ਸੀ। ਔਰ ਉਹ ਇਸ ਕਰਕੇ ਨਹੀਂ ਕਿ ਕੋਵਿਡ ਨੇ ਜ਼ਿਆਦਾ ਅਸਰ ਕੀਤਾ, ਉਹ ਜਿਹੜੀਆਂ ਇੰਟਰਨਲ ਰੈਸਟ੍ਰਿਕਸ਼ਨਸ ਲਾਈਆਂ ਇਹਨਾਂ ਨੇ ਖੁਦ ਲੋਕਾਂ ਦੇ ਉੱਪਰ। ਸੋ ਗਵਰਨਮੈਂਟ ਸਵਾਲਾਂ ਦੇ ਘੇੜੇ 'ਚ ਵੀਰੇ ਸ਼ੁਰੂ 'ਚ ਬਹੁਤ ਜ਼ਿਆਦਾ ਪ੍ਰੇਜ਼ ਮਿਲੀ, ਬਹੁਤ ਮੁੜ ਕੇ ਕੁਐਸਚਨਿੰਗ ਹੋਈ, ਬਹੁਤ ਸਾਰਾ ਮੁੜ ਕੇ ਕ੍ਰਿਟਿਸਿਜ਼ਮ ਵੀ ਹੋਇਆ ਕਿ ਤੁਸੀਂ ਤੇ ਬਿਲਕੁਲ ਹੀ ਬੇੜਾ ਹੀ ਬਹਾਤਾ, ਤੁਸੀਂ ਗੱਲ ਹੀ ਨਹੀਂ, ਮਤਲਬ ਕਾਰੋਬਾਰ ਹੀ ਖਤਮ ਕਰਾਤੇ। ਔਰ ਯੈਸ, ਇਹ ਸਭ ਕੁਝ ਹੋਇਆ ਵੀ, ਪ੍ਰੈਕਟੀਕਲੀ ਹੋਇਆ। ਸੋ ਮਾਈਗ੍ਰੇਸ਼ਨ ਪ੍ਰੋਗਰਾਮ, ਇਮੀਗ੍ਰੇਸ਼ਨ ਪ੍ਰੋਗਰਾਮ ਸਭ ਬੰਦ। ਸੋ 2.5 ਸਾਲ ਤੋਂ ਕੁਛ ਨਹੀਂ ਹੋ ਰਿਹਾ। ਫਾਈਨਲੀ ਨਿਊਜ਼ੀਲੈਂਡ ਨੇ ਪੇਰੈਂਟਸ ਦੇ ਵੀਜ਼ਾਸ ਓਪਨ ਕੀਤੇ ਨੇ। ਸੋ ਤੁਸੀਂ ਜਿਹੜੇ ਪੇਰੈਂਟਸ ਨੇ ਹਰ ਸਾਲ ਹੁਣ 2500 ਪੇਰੈਂਟਸ ਨੂੰ ਉਹਨਾਂ ਨੇ ਅਲਾਓ ਕੀਤਾ ਕਿ ਜਿਹੜੇ ਤੁਸੀਂ ਪੇਰੈਂਟਿੰਗ ਵੀਜ਼ਾ ਦੇ ਉੱਪਰ ਜਿਹੜੇ ਰੈਜ਼ੀਡੈਂਟਸ ਨੇ, ਜਿਹੜੇ ਸਿਟੀਜ਼ਨਸ ਨੇ, ਉਹ ਆਪਣੇ ਮਾਂ-ਬਾਪ ਨੂੰ ਬੁਲਾ ਸਕਦੇ ਆ। ਸੋ ਨਿਊਜ਼ੀਲੈਂਡ ਦੇ ਵਿੱਚ ਅਗੇਨ ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਉਹਨੂੰ ਪ੍ਰਮੋਟ ਕਰਨ ਲਈ 85 ਨਵੀਂ ਕੈਟਾਗਰੀਜ਼ ਓਪਨ ਕਰਨ ਜਾ ਰਹੇ ਹੋ। ਰਾਈਟ ਸਰ, ਰਾਈਟ। ਸੋ ਇਹ ਵੀ ਬਹੁਤ ਵੱਡਾ ਹੈ ਕਿ ਬਿਕੋਜ਼ ਜਦੋਂ ਸਾਰੇ ਕਾਰੋਬਾਰ ਰੁਕੇ ਨੇ, ਹੁਨਰਮੰਦ ਕੰਮ ਹੈ, ਇਹ ਬਹੁਤ ਵੱਡੀ ਜਿਹੜੀ ਟੈਕਨੀਕਲ ਸਮੱਸਿਆ ਆ ਕਿਸੇ ਵੀ ਮੁਲਕ ਦੀ ਇਕੋਨਮੀ ਨੂੰ ਚਲਾਉਣ ਲਈ। ਸੋ ਉਹਨਾਂ ਦਾ ਆਉਣਾ ਜਾਣਾ ਰੁਕ ਗਿਆ। ਇਕੱਲਾ ਸਟੂਡੈਂਟ ਦੀ ਬ੍ਰੇਕ ਨਹੀਂ ਲੱਗਦੀ, ਇਕੋਨਮੀ ਦੀ ਬ੍ਰੇਕ ਲੱਗਦੀ। ਤੁਸੀਂ ਵੇਖੋ ਜਿਹੜੇ ਮੁਲਕਾਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਡੇ ਕੀਤੇ ਆ, ਚਾਹੇ ਕੈਨੇਡਾ ਆ, ਚਾਹੇ USA ਆ, ਚਾਹੇ UK ਆ, ਚਾਹੇ ਆਸਟ੍ਰੇਲੀਆ ਆ, ਚਾਹੇ ਨਿਊਜ਼ੀਲੈਂਡ ਆ, ਇਹ ਉਹ ਲੀਡਿੰਗ ਡੈਸਟੀਨੇਸ਼ਨ ਨੇ ਜਿੱਥੇ ਸਟੂਡੈਂਟ ਸਭ ਤੋਂ ਵੱਧ ਜਾਂਦੇ ਆ। ਜਦੋਂ ਸਟੂਡੈਂਟ ਦੀ ਬ੍ਰੇਕ ਲੱਗਦੀ, ਇਹਨਾਂ ਮੁਲਕਾਂ ਦੀ ਇਕੋਨਮੀ ਦੀ ਬ੍ਰੇਕ ਲੱਗਦੀ ਹੈ। ਸੋ ਇਸ ਕਰਕੇ ਨਿਊਜ਼ੀਲੈਂਡ ਨੂੰ ਵੀ ਉਹ ਫਿਰ ਸ਼ਟਰ ਅਪ ਕਰਨਾ ਪਿਆ ਕਿ ਵੀ ਆਰ ਓਪਨ, ਤੁਸੀਂ ਆਓ। ਸੋ ਇਸ ਸਮੇਂ ਦੇ ਵਿੱਚ ਪੇਰੈਂਟਸ ਨੂੰ ਅਲਾਓ ਕੀਤਾ ਆ। ਈਵਨ ਜਿਹੜੇ ਸਪਾਂਸਰ ਸੀਗੇ, ਜੋ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਸਪਾਂਸਰ ਕਰਦੇ ਆ,
ਪਹਿਲਾਂ ਉਹਦੀ ਸ਼ਰਤ ਹੁੰਦੀ ਸੀ ਕਿ ਤੁਹਾਡੀ ਆਮਦਨ ਨਾਰਮਲ ਜਿਹੜੀ ਨਿਊਜ਼ੀਲੈਂਡ ਦੀ ਆਮਦਨ ਹੈ ਉਹ ਤੋਂ ਦੁੱਗਣੀ ਹੋਣੀ ਚਾਹੀਦੀ ਹੈ। ਐਗਜ਼ੈਕਟਲੀ। ਸੋ ਉਹਨੂੰ ਘਟਾ ਕੇ ਹੁਣ 1.5 ਗੁਣਾ ਕਰਤੀ ਹੈ। ਜੀ ਜੀ। ਪਹਿਲਾਂ ਤੁਹਾਡੇ ਕੋਲ ਨਾਰਮਲ ਤੋਂ ਦੁੱਗਣੀ ਇਨਕਮ ਸੀ, ਹੁਣ ਉਹਨੂੰ 1.5 ਗੁਣਾ ਕਰਤਾ ਵੀ ਉਹਨੂੰ 0.5 ਘਟਾਤਾ ਆ। ਉਹ ਇਸੇ ਕਰਕੇ ਰਿਲੈਕਸ ਕੀਤਾ ਗਿਆ ਕਿ ਜਿਹੜੇ ਸਾਡੇ ਕੋਲ ਲੋਕ ਆ, ਮਾਈਗ੍ਰੈਂਟਸ ਆ, ਉਹ ਆ ਸਕਣ। ਸੋ ਇਹ ਪੋਜ਼ਿਟਿਵ ਸਾਈਨ ਹੈ ਗਵਰਨਮੈਂਟ ਦਾ, ਇਹ ਪੋਜ਼ਿਟਿਵ ਸਾਈਨ ਆ। ਇਹਦੇ ਨਾਲ ਇਕੋਨਮੀ ਬੂਸਟ ਹੋਏਗੀ, ਇਹਦੇ ਨਾਲ ਕਾਰੋਬਾਰ ਮੁੜ ਰਫਤਾਰ ਫੜਨਗੇ, ਇਹਦੇ ਨਾਲ ਸਟੂਡੈਂਟਸ ਦੇ ਰਸਤੇ ਜਿਹੜੇ ਬੰਦ ਹੋਏ ਉਹ ਚੱਲਣਗੇ। ਸੋ ਨਵੰਬਰ ਤੋਂ ਤੁਸੀਂ ਵੇਖੋਗੇ ਬਹੁਤ ਚੀਜ਼ਾਂ ਓਪਨ ਹੋਣ ਜਾਣਗੀਆਂ। ਸੋ ਨਵੰਬਰ ਇਜ਼ ਦਾ ਟਾਈਮ ਜਦੋਂ ਨਿਊਜ਼ੀਲੈਂਡ ਨੂੰ ਇੱਕਦਮ ਕਿੱਕ ਸਟਾਰਟ ਮਿਲਣ ਵਾਲਾ ਆ। ਔਰ ਉਮੀਦ ਕਰਦੇ ਹਾਂ ਔਰ ਅਸੀਂ ਕਾਰੋਬਾਰ ਕਰਦੇ ਹਾਂ। ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਜ਼ ਦੀਆਂ ਇਨਵੀਟੇਸ਼ਨ ਆਉਣੀਆਂ ਸ਼ੁਰੂ ਹੋ ਗਈਆਂ। ਸੋ ਸਾਡੇ ਟ੍ਰੇਨਿੰਗ ਪ੍ਰੋਗਰਾਮਸ ਸ਼ੁਰੂ ਹੋ ਗਏ। ਸੋ ਪ੍ਰਮੋਸ਼ਨਸ ਸ਼ੁਰੂ ਹੋ ਗਈਆਂ। ਇਹ ਸਾਰੀਆਂ ਇਸੇ ਚੀਜ਼ ਵੱਲ ਇਸ਼ਾਰਾ ਕਰਦੀਆਂ ਕਿ ਨਿਊਜ਼ੀਲੈਂਡ ਦਾ ਟਾਈਮ ਹੁਣ ਸਟਾਰਟ ਹੋਣ ਵਾਲਾ ਆ। ਗੁੱਡ ਟਾਈਮ। ਬਹੁਤ ਦੇਰ ਤੋਂ ਨਿਊਜ਼ੀਲੈਂਡ ਨੇ ਰਸਤਾ ਨਹੀਂ ਫੜਿਆ ਸੀ, ਰਸਤੇ ਬੰਦ ਕਰਕੇ ਰੱਖੇ ਸੀ। ਸੋ ਨਾਓ ਇਟਸ ਟਾਈਮ ਫॉर ਨਿਊਜ਼ੀਲੈਂਡ। ਸੋ ਨਿਊਜ਼ੀਲੈਂਡ ਵੀ ਆਪਣੀ ਰਫਤਾਰ ਦੁਬਾਰਾ ਫੜੇਗਾ। ਸੋ ਅਸੀਂ ਅਮਰੀਕਾ ਦੀ ਗੱਲ ਕੀਤੀ ਹੈ, ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਨਿਊਜ਼ੀਲੈਂਡ ਦੀ ਗੱਲ ਕੀਤੀ ਹੈ। ਤੁਸੀਂ ਇੱਥੇ ਪਰਟੀਕੂਲਰ ਪੁਆਇੰਟ ਚੁੱਕਿਆ ਸੀ ਕਿ ਕਾਸਟ ਆਫ ਲਿਵਿੰਗ ਨਿਊਜ਼ੀਲੈਂਡ ਦੇ ਵਿੱਚ ਕਾਫੀ ਲੈਸ ਆ, ਇਸ ਕਰਕੇ ਯੂਕੇ ਤੋਂ ਵੀ ਲੋਕ ਉੱਥੇ ਮਾਈਗ੍ਰੇਟ ਕਰ ਰਹੇ ਨੇ। ਜੀ ਜੀ ਜੀ। ਸੋ ਆਪਾਂ ਇਸ ਪੁਆਇੰਟ ਨੂੰ ਲੈਂਦੇ ਆ ਕਿ ਯੂਕੇ ਦੇ ਵਿੱਚ ਮਹਿੰਗਾਈ ਕਿਉਂ ਵੱਧ ਗਈ, ਕੀ ਕਾਰਨ ਕੀ ਨੇ? ਕਿਉਂਕਿ ਯੂਕੇ ਦੇ ਵਿੱਚ ਥਰਡ ਨੇ ਵੀ ਕਸਮ ਚੁੱਕਣੀ, ਹਜੇ ਉਹਨਾਂ ਨੇ ਵੀ ਤਾਂ ਰਾਜਾ ਬਣਨਾ ਹੈ। ਜੀ ਜੀ ਜੀ। ਨਹੀਂ, ਯੂਕੇ ਦੇ ਵਿੱਚ ਹਾਲਾਤ ਥੋੜ੍ਹੇ ਖਰਾਬ ਹੋਣੇ ਸ਼ੁਰੂ ਹੋਏ ਨੇ ਔਰ ਇਹਦਾ ਜਿਹੜੇ ਪ੍ਰਾਈਸਿਸ ਨੇ ਉੱਥੇ ਵੀ ਜਿਹੜੇ ਬਿਜਲੀ ਦੇ, ਪਾਣੀ ਦੇ, ਗੈਸਿਸ ਦੇ, ਹੈ ਨਾ, ਤੇਲ ਦੇ, ਇਹ ਸਾਰੇ ਤਕਰੀਬਨ ਆਲਮੋਸਟ 1.5 ਤੋਂ ਦੁੱਗਣੇ ਪ੍ਰਾਈਸਿਸ ਹੋਣ ਲੱਗ ਪਏ ਆ। ਘਰਾਂ ਦੇ ਕਿਰਾਏ ਲੋਕਾਂ ਕੋਲੋਂ ਕੱਢਣੇ ਅਗਰ ਜਿਹੜੇ ਸੈਂਟਰਲ ਲੰਡਨ ਦੇ ਵਿੱਚ, ਉਹ ਮੁਸ਼ਕਿਲ ਹੋਈ ਜਾਂਦੇ ਆ। ਸੋ ਆਮ ਨੌਜਵਾਨ ਜਿਹੜਾ ਕੰਮ ਕਰਦਾ 2-2 ਸ਼ਿਫਟਾਂ ਲਾ ਕੇ ਇਸ ਟਾਈਮ ਘਰ ਦਾ ਖਰਚਾ ਚੱਕ ਰਿਹਾ। ਸੋ ਯੂਕੇ 'ਚ ਥੋੜ੍ਹੇ ਬਹੁਤ ਹਾਲਾਤ ਇੱਦਾਂ ਦੇ ਹੋਣੇ ਸ਼ੁਰੂ ਹੋਏ। ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਯੂਰਪ ਦੀ ਜੰਗ। ਸੋ ਯੂਰਪ ਦੀ ਜੰਗ ਸਾਨੂੰ ਲੱਗਦਾ ਹੈ ਕਿ ਸ਼ਾਇਦ ਸਿਰਫ 2 ਮੁਲਕ ਲੜ ਰਹੇ ਨੇ। ਸੋ ਯੂਰਪ ਪੂਰਾ ਇਹਦੇ ਨਾਲ ਜੂਝ ਰਿਹਾ, ਪੂਰਾ ਇਕੱਲਾ ਯੂਰਪ ਨਹੀਂ, ਪੂਰੀ ਦੁਨੀਆ। ਬਿਕੋਜ਼ ਸਾਡਾ ਪੂਰੀ ਦੁਨੀਆ ਇੱਕ ਸਪਲਾਈ ਚੇਨ ਦੇ ਸਿਸਟਮ ਦੇ ਉੱਪਰ ਚੱਲਦੀ ਹੈ। ਸੋ ਕੁਝ ਚੀਜ਼ਾਂ ਕਿਤੇ ਦੀਆਂ ਬਿਹਤਰ ਨੇ, ਉਹ ਕਿਸੇ ਪਾਸੇ ਯੂਟੀਲਾਈਜ਼ ਹੁੰਦੀਆਂ ਨੇ, ਇੱਥੋਂ ਗਾਂ ਨਵੀਂ ਸਪਲਾਈ ਚੇਨ ਨਿਕਲਦੀ ਹੈ। ਸੋ ਜਦੋਂ ਇੱਕ ਚੀਜ਼ ਹਿੱਟ ਹੋਈ, ਉਹਦੇ ਨਾਲ ਹੌਲੀ ਹੌਲੀ ਤੁਸੀਂ ਵੇਖੋਗੇ ਸਾਰੀ ਦੁਨੀਆ ਹਿੱਟ ਹੋਏਗੀ। ਔਰ ਇਹਨੇ ਸਭ ਤੋਂ ਪਹਿਲਾਂ ਯੂਰਪ ਨੂੰ ਹੀ ਆਪਣੀ ਪਕੜ ਦੇ ਵਿੱਚ ਲੈਣਾ, ਬਿਕੋਜ਼ ਸਭ ਤੋਂ ਨੇੜੇ ਵਾਲਾ ਸ਼ੋਰ ਉੱਥੇ ਹੈ। ਸੋ ਸਾਰੇ ਯੂਰਪ ਦੇ ਵਿੱਚ ਜਿਹੜਾ ਮਹਿੰਗਾਈ ਵਧਣ ਵਾਲੀ ਹੈ ਜਾਂ ਵਧੇਗੀ, ਔਰ ਇਹਦੇ ਨਾਲ ਹੌਲੀ ਹੌਲੀ ਜਿਹੜੇ ਲੋਕਲਸ ਨੇ ਉਹਨਾਂ ਲਈ ਮੁਸ਼ਕਲਾਂ ਆਉਣਗੀਆਂ। ਔਰ ਗਵਰਨਮੈਂਟਸ ਦਾ ਕੰਮ ਚੀਜ਼ਾਂ ਨੂੰ ਫੈਸਿਲੀਟੇਟ ਕਰਨਾ ਹੁੰਦਾ ਹੈ, ਬਟ ਉਹਦੇ ਨਾਲ ਨਾਲ ਗਵਰਨਮੈਂਟ ਦੇ ਆਪਣੇ ਜਿਹੜੇ ਐਕਸਪੈਂਸਿਸ, ਆਪਣੇ ਜਿਹੜੇ ਰੈਵਨਿਊਜ਼ ਨੇ, ਉਹ ਸਫਰ ਹੋਣ ਲੱਗ ਪੈਂਦੇ ਆ। ਸੋ ਗਵਰਨਮੈਂਟ ਆਪਣਾ ਘਾਟਾ ਪੂਰਾ ਕਰਨ ਨੂੰ ਤਿੱਖੀ ਹੋ ਜਾਂਦੀ ਹੈ, ਲੋਕਾਂ ਦੀਆਂ ਆਮਦਨਾਂ ਘਟਣਾ ਸ਼ੁਰੂ ਹੋ ਜਾਂਦੀਆਂ ਹੈ। ਔਰ ਇਹੀ ਚੀਜ਼ ਪੂਰੀ ਦੁਨੀਆ ਨੂੰ ਆਪਣੀ ਗ੍ਰਿਫਤ ਵਿੱਚ ਲੈ ਰਿਹਾ ਹੈ। ਬਿਕੋਜ਼ ਇਹ ਜਿਹੜੀ ਜੰਗ ਹੈ, ਉਹ ਸਾਨੂੰ ਲੱਗਦਾ ਕਿ ਸਿਰਫ 2 ਮੁਲਕਾਂ ਦੇ ਵਿੱਚ ਹੈ, ਬਟ ਇਹ ਸਮਝ ਲਓ ਕਿ ਇਹ ਪੂਰੀ ਦੁਨੀਆ ਦੀ ਜੰਗ ਹੈ। ਐਕਚੁਅਲੀ ਇਹਨੇ ਸਭ ਨੂੰ ਇਫੈਕਟ ਪਾਉਣਾ ਹੀ ਪਾਉਣਾ। ਯੈਸ, ਐਕਚੁਅਲੀ ਜਿਹੜੀ ਇਹ એનર્ਜੀ ਹੈ ਨਾ, એનર્ਜੀ ਜਿਹੜੀ ਯੂਜ਼ ਕਰਨੀ ਹੈ, ਪੈਟਰੋਲ ਹੈ, ਗੈਸ ਹੈ, ਡੀਜ਼ਲ ਹੈ, ਉਹਦੀ ਥਾਂ 'ਤੇ ਸਾਨੂੰ ਆਲਟਰਨੇਟਿਵਸ ਲੱਭਣੇ ਪੈਣੇ ਨੇ એનર્ਜੀ ਵਾਸਤੇ, ਤਾਂ ਕਿ ਇੱਕ ਤਰ੍ਹਾਂ ਨਾਲ ਕਾਬੂ ਵਿੱਚ ਕੀਤਾ ਜਾ ਸਕੇ ਇਸ ਮਹਿੰਗਾਈ ਨੂੰ। ਔਰ ਕੁਝ ਇੱਕ ਜੋ ਐਨਵਾਇਰਮੈਂਟਲਿਸਟ ਨੇ, ਸਾਇੰਟਿਸਟ ਨੇ, ਉਹ ਇਹ ਵੀ ਗੱਲ ਕਹਿੰਦੇ ਨੇ ਕਿ ਇੱਕ ਵਧੀਆ ਗੱਲ ਹੋ ਰਹੀ ਹੈ ਇਸ ਜੰਗ ਦੇ ਵਿੱਚ ਕਿ ਅਸੀਂ ਗ੍ਰੀਨ એનર્ਜੀ ਵੱਲ ਵੱਧਦੇ ਪਏ ਹਾਂ। ਕਿਉਂਕਿ ਰੂਸ ਨੇ ਕਾਫੀ ਮੁਲਕਾਂ ਦੇ ਵਿੱਚ, ਹਾਲਾਂਕਿ ਯੂਰਪ ਦੀਆਂ ਜੜ੍ਹਾਂ ਦੇ ਵਿੱਚ ਪਹੁੰਚਿਆ ਹੋਇਆ ਹੈ ਰੂਸ, ਜਦੋਂ ਸਪਲਾਈ ਕਰਦਾ ਆਪਣੀ ਨੈਚੁਰਲ ਗੈਸ ਐਂਡ ਆਲ ਪੈਟਰੋਲੀਅਮ ਪ੍ਰੋਡਕਟਸ, ਫਿਰ ਵੀ ਉਹਨਾਂ ਦੀ ਇਕੋਨਮੀ ਨੂੰ ਆਪਣੀ ਗ੍ਰਿਫਤ ਵਿੱਚ ਰੱਖਦਾ ਹੈ। ਔਰ ਰਸ਼ੀਆ ਨੂੰ ਕਾਫੀ ਫਾਇਦਾ ਮਿਲਦਾ ਹੈ, ਔਰ ਇਸ ਕਰਕੇ ਉਹ ਯੁੱਧ ਦੇ ਵਿੱਚ ਇਨਵੈਸਟ ਕਰਦਾ ਪਿਆ ਉਹ ਸਾਰਾ ਪੈਸਾ। ਹਾਲਾਂਕਿ USA ਨੇ ਕੈਪਿੰਗ ਕੀਤੀ ਹੈ ਕਿ ਤੁਸੀਂ ਸਿਰਫ ਇੰਨਾ ਹੀ ਮੁੱਲ ਰੱਖ ਸਕਦੇ ਹੋ ਆਪਣੀਆਂ ਨੈਚੁਰਲ ਗੈਸ ਔਰ ਪੈਟਰੋਲੀਅਮ ਦਾ, ਜਿਸ ਕਰਕੇ ਉਹਦਾ ਪ੍ਰੋਫਿਟ ਘੱਟ ਹੋਏਗਾ ਅਤੇ ਉਹ ਯੁੱਧ ਦੇ ਉੱਤੇ ਜ਼ਿਆਦਾ ਖਰਚ ਨਹੀਂ ਕਰ ਸਕੇਗਾ। ਇੱਕ ਯੁੱਧ ਨੂੰ ਕੰਟਰੋਲ ਕਰਨ ਦਾ ਇੱਕ ਇਹ ਵੀ ਤਰੀਕਾ ਲੱਭਿਆ, ਇਹ ਵੀ ਪਾਬੰਦੀ ਲਗਾਈ ਗਈ ਹੈ। ਜੀ ਜੀ। ਔਰ ਸਾਡਾ ਭਾਰਤ ਇੱਕ ਆਪਣੀ ਗੇਮ ਖੇਡਦਾ ਪਿਆ ਨਾਲ, ਕਿਉਂਕਿ ਉਹਨੇ ਸਾਰੇ ਉੱਥੋਂ ਐਡਵਾਂਟੇਜਸ ਲੈਣੇ ਨੇ। ਉਹ ਖੈਰ ਇੱਕ ਵੱਖਰੀ ਗੱਲ ਹੈ, ਪੋਲੀਟੀਕਲ ਗੇਮ ਹੋ ਜਾਂਦੀ ਆ। ਆਪਾਂ ਜਦੋਂ ਆਪਣੇ ਟੌਪਿਕ ਦੇ ਉੱਤੇ ਵਾਪਸ ਆਈਏ ਤਾਂ ਜੰਗ ਦਾ ਅਸਰ ਤਾਂ ਨੈਚੁਰਲੀ ਹੋ ਰਿਹਾ, ਮਹਿੰਗਾਈ 'ਤੇ ਵੀ ਹੋ ਰਿਹਾ, ਹਰ ਚੀਜ਼ 'ਤੇ ਹੋ ਰਿਹਾ ਹੈ। ਨੈਚੁਰਲੀ ਉਸ ਨੂੰ ਕੰਟਰੋਲ ਕਰਨ ਵਾਸਤੇ ਕੁਝ ਨਾ ਕੁਝ ਅਜਿਹਾ ਚਾਹੀਦਾ ਕਿ ਕੋਸਟ ਆਫ ਲਿਵਿੰਗ ਘਟੇ, ਔਰ ਨਾਲ ਦੇ ਨਾਲ ਆਲਟਰਨੇਟਿਵਸ ਲੱਭਣੇ ਪੈਣਗੇ ਫਿਊਚਰ ਵਾਸਤੇ ਵੀ ਕਿ એનર્ਜੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸੋ ਮੇਰਾ ਕਈ ਵਾਰੀ ਮੰਨਣਾ, ਮਤਲਬ ਇਹਦੇ ਉੱਪਰ ਐਜ਼ ਅ ਸਟੂਡੈਂਟ ਮੈਂ ਗੱਲ ਕਰ ਰਿਹਾ, ਐਜ਼ ਅ ਸਪੈਸ਼ਲਿਸਟ ਨਹੀਂ। ਸੋ ਮੇਰਾ ਇੱਦਾਂ ਕਈ ਵਾਰੀ ਮੰਨਣਾ ਕਿ એનર્ਜੀ ਦਾ ਇੱਕ ਭਰਮ ਫੈਲਾਇਆ ਪਿਆ ਸਾਰੇ ਪਾਸੇ, ਰਾਈਟ, ਬਿਕੋਜ਼ એનર્ਜੀ ਫ੍ਰੀ ਆ। ਸੋ એનર્ਜੀ ਜਿੰਨੀਆਂ ਵੀ ਅਸੀਂ ਬਣਾਉਂਦੇ ਆ, ਉਹ ਸਾਰੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਫ੍ਰੀ ਨੇ, ਨੈਚੁਰਲ। ਇਹ ਗਵਰਨਮੈਂਟ ਦੇ, ਹਾਂ, ਨੈਚੁਰਲ ਨੇ, ਚਾਹੇ ਸਾਨੂੰ ਸੂਰਜ ਤੋਂ ਮਿਲੇ, ਚਾਹੇ ਪਾਣੀ ਤੋਂ ਮਿਲੇ, ਚਾਹੇ ਕੋਈ ਵੀ ਚੀਜ਼ਾਂ ਅਸੀਂ ਬਣਾਉਂਦੇ ਹਾਂ, ਹਾਂ, ਜੋ ਵੀ ਚੀਜ਼ਾਂ, એનર્ਜੀ ਅਸਲ 'ਚ ਫ੍ਰੀ ਹੈ।
ਬਟ ਇਹਨੂੰ ਗਵਰਨਮੈਂਟ ਮੈਕੈਨਿਜ਼ਮ ਦੇ ਵਿੱਚ ਲਿਆ ਕੇ ਪੇਡ ਕੀਤਾ ਜਾਂਦਾ ਔਰ ਸਭ ਤੋਂ ਵੱਧ ਜਿਹੜਾ ਦਰੋਮਦਾਰ ਇਸੇ ਤੇ ਹੀ ਟਿਕਿਆ ਆ। ਸੋ ਤੁਸੀਂ ਘਰ ਆਪਣੇ ਛੱਤ ਤੇ ਤੁਸੀਂ ਪੈਨਲਸ ਲਾ ਕੇ ਘਰ ਦੀ ਬਿਜਲੀ ਖੁਦ ਚਲਾ ਸਕਦੇ ਹੋ, ਬਟ ਸਟਿਲ ਸਾਨੂੰ ਆਦਤਾਂ ਦੂਸਰੀਆਂ ਸਿਖਾਈਆਂ ਜਾਂਦੀਆਂ ਕਿ ਆਹ ਤਰੀਕਾ ਆ। ਸੋ ਤੁਸੀਂ ਮਤਲਬ ਅਸਲ ਤੁਸੀਂ એનર્ਜੀ ਸਫੀਸ਼ੀਐਂਟ ਖੁਦ ਹੋ ਸਕਦੇ ਹੋ, ਬਟ ਸਾਡੀ ਸਭ ਤੋਂ ਵੱਡੀ ਡਿਪੈਂਡੈਂਸੀ ਜਿਹੜੀ ਗਵਰਨਮੈਂਟ ਦੇ ਉੱਪਰ ਹੁੰਦੀ ਹੈ, ਜਿਹੜੀ ਟੈਕਸੇਸ਼ਨ ਦੇ ਰੂਪ ਵਿੱਚ ਜਾਂਦੀ ਹੈ, ਉਹ ਕਿਤੇ ਨਾ ਕਿਤੇ એનર્ਜੀ ਦੇ ਨਾਲ ਹੀ ਜੁੜੀ ਹੈ। ਸੋ ਆਬਵੀਅਸਲੀ ਮੈਂ ਦੱਸਿਆ ਸੀ ਕਿ ਐਜ਼ ਅ ਸਟੂਡੈਂਟ ਗੱਲ ਕਰ ਰਿਹਾ ਕਿ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਇੱਕ ਭਰਮ ਫੈਲਾਇਆ ਪਿਆ એનર્ਜੀ ਦਾ, ਕਿ ਸਾਨੂੰ ਲੱਗਦਾ ਇਹ ਤੋਂ ਬਿਨਾਂ ਕੰਮ ਨਹੀਂ ਚੱਲਣਾ, ਇਹ ਤੋਂ ਬਿਨਾਂ ਕੁਝ ਹੋਣਾ ਨਹੀਂ ਆ। ਸੋ ਹੋ ਸਕਦਾ ਪਾਣੀ ਨਾਲ ਗੱਡੀਆਂ ਚੱਲਣ ਵਾਲੀਆਂ ਹੁਣ ਸਰਕਾਰਾਂ ਨਾਲ ਚੱਲਣ ਦੀਆਂ ਹੋਣ, ਹੋ ਸਕਦਾ ਇਕੱਲੇ ਸੂਰਜ ਨਾਲ ਗੱਡੀਆਂ ਚੱਲ ਸਕਦੀਆਂ ਹੋਣ, ਸਰਕਾਰਾਂ ਨੂੰ ਮਨਜ਼ੂਰ ਨਾ ਹੋਵੇ, ਹੋ ਸਕਦਾ ਬਿਜਲੀ ਤੁਹਾਡੇ ਘਰ ਹੀ ਪੈਦਾ ਹੋ ਜਾਵੇ ਤੁਹਾਡੇ ਲਈ, ਬਟ ਸਰਕਾਰਾਂ ਨੂੰ ਮਨਜ਼ੂਰ ਨਾ ਹੋਵੇ। ਐਸਾ ਸਿਸਟਮ ਹੈ ਕਿ ਤੁਸੀਂ ਆਪਣੇ ਛੱਤ ਦੇ ਉੱਤੇ ਸੋਲਰ ਪੈਨਲਸ ਲਗਾ ਕੇ ਬਿਜਲੀ ਲੈ ਸਕਦੇ ਹੋ, ਸਧਾਰਨ ਗੱਲ ਹੈ। ਔਰ ਜੋ ਜ਼ਿਆਦਾ ਬਿਜਲੀ ਹੋਏਗੀ ਤੁਸੀਂ ਬੈਕ ਕਰਕੇ ਇਲੈਕਟ੍ਰਿਸਿਟੀ ਡਿਪਾਰਟਮੈਂਟਸ ਨੂੰ ਸੇਲ ਕਰ ਸਕਦੇ ਹੋ। ਮੈਂ ਉਹੀ ਕਹਿ ਰਿਹਾ ਕਿ ਕਿਤੇ ਨਾ ਕਿਤੇ ਭਰਮ ਹੈਗਾ ਇਹਨਾਂ ਚੀਜ਼ਾਂ ਦੇ, ਬਟ ਗਵਰਨਮੈਂਟ ਤੁਹਾਨੂੰ ਅਲਾਉ ਨਹੀਂ ਕਰੇਗੀ ਨਾ, ਕਿਉਂਕਿ ਫਿਰ ਉਹ ਗਵਰਨਮੈਂਟ ਤਾਂ ਅਲਾਉ ਕਰਦੀ ਹੈ, ਨਹੀਂ ਕਿਸ ਹੱਦ ਤੱਕ। ਉਸ ਤੋਂ ਬਾਅਦ ਉਹ ਰਨ ਕਿੱਦਾਂ ਕਰਨਗੇ, ਉਹਨਾਂ ਕੋਲ ਪੈਸਾ ਕਿੱਥੋਂ ਆਏਗਾ ਐਕਸਚੈਕਰ ਕੋਲ, ਔਰ ਤੁਸੀਂ ਕਾਬੂ ਤੋਂ ਬਾਹਰ ਹੋ ਜਾਂਦੇ ਫਿਰ। ਬਿਲਕੁਲ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਜਨਤਾ ਉਸ ਨੂੰ ਕਾਬੂ 'ਚ ਰੱਖਣ ਵਾਸਤੇ, ਬਿਕੋਜ਼ ਇਟ ਇਜ਼ ਅ ਕੰਟਰੋਲਿੰਗ ਗ੍ਰਿਡ। ਸੋ ਆਪਾਂ ਅੱਗੇ ਚੱਲਦੇ ਹਾਂ, ਆਪਾਂ ਸਾਰੀਆਂ ਕੰਟਰੀਆਂ ਦੀ ਗੱਲ ਕਰ ਲਈ। ਜੇ ਆਪਣੇ ਕੈਨੇਡਾ ਦੀ ਗੱਲ ਨਾ ਕੀਤੀ ਤੇ ਫਿਰ ਗੱਲ ਆਪਣੀ ਪੂਰੀ ਹੁੰਦੀ ਨਹੀਂ। ਸੋ ਕੈਨੇਡਾ ਦਾ ਕੀ ਸਟੇਟਸ ਹੈ, ਸਾਡੇ ਜੋ ਦਰਸ਼ਕ ਨੇ ਇਸ ਬਾਰੇ ਤੇ ਖਾਸ ਤੌਰ ਤੇ ਜਾਗਰੂਕ ਰਹਿੰਦੇ ਨੇ, ਕਿਉਂਕਿ ਕੈਨੇਡਾ ਸਾਨੂੰ ਆਪਣਾ ਘਰ ਲੱਗਦਾ। ਕੈਨੇਡਾ ਦਾ ਇੱਕ ਅੰਕੜਾ ਮੈਂ ਸਾਂਝਾ ਕਰਨ ਲੱਗਾ। ਅਸੀਂ ਅਖਬਾਰਾਂ 'ਚ, ਅਸੀਂ ਟੀਵੀਆਂ ਤੇ ਬੜੀ ਵਾਰੀ ਦੇਖਿਆ ਕਿ ਸ਼ਾਇਦ ਕੈਨੇਡਾ, ਔਰ ਸਟੂਡੈਂਟਸ ਵਿੱਚ ਆਮ ਹੀ ਭਰਮ ਹੈ ਕਿ ਕੈਨੇਡਾ ਬਹੁਤ ਸਖਤ ਹੋ ਗਿਆ, ਕੈਨੇਡਾ ਨੇ ਵੀਜ਼ਾਸ ਦੇਣੇ ਬੰਦ ਕਰਤੇ। ਔਰ ਇਹ ਅੰਕੜੇ ਇਹ ਕਹਿੰਦੇ ਨੇ ਕਿ ਜਨਵਰੀ ਤੋਂ ਲੈ ਕੇ ਅਗਸਤ ਤੱਕ 2021 ਦੇ ਵਿੱਚ 3,67,000 ਵੀਜ਼ਾਸ ਕੈਨੇਡਾ ਨੇ ਸਟੂਡੈਂਟਸ ਨੂੰ ਦਿੱਤੇ। ਔਰ ਇਹੀ ਅਗਰ ਅਸੀਂ ਅਗਸਤ 22 ਦੀ ਗੱਲ ਕਰੀ, ਜਨਵਰੀ 22 ਦੇ ਵਿੱਚ ਤੋਂ ਲੈ ਕੇ ਅਗਸਤ 2022 ਤੱਕ 4,52,000 ਵੀਜ਼ਾਸ ਗ੍ਰਾਂਟ ਕੀਤੇ, ਜੋ ਕਿ ਪਿਛਲੇ ਸਾਲ ਤੋਂ ਵੀ 23% ਜ਼ਿਆਦਾ ਹੈ। ਸੋ ਇਹ ਅੰਕੜੇ ਇਦਾਂ ਦੇ ਨੇ ਕਿ ਜਿਹੜਾ 2021 ਦੇ ਵਿੱਚ ਕੈਨੇਡਾ ਨੇ ਟੋਟਲ ਜਿਹੜੇ ਵੀਜ਼ਾ 4.5 ਲੱਖ ਵੀਜ਼ਾਸ ਦਿੱਤੇ, ਔਰ ਇੰਟਰਨੈਸ਼ਨਲ ਸਟੂਡੈਂਟ ਪਿਛਲੇ ਸਾਲ 6,20,000 ਸੀ ਕੈਨੇਡਾ ਦੇ ਵਿੱਚ, ਜੋ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਨੰਬਰ ਹੈ ਇਹਨਾਂ ਦਾ। ਔਰ ਇਸੇ ਤਰੀਕੇ ਨਾਲ ਅਗਲੇ ਸਾਲ ਵੀ ਜਿਹੜਾ ਆ 5 ਲੱਖ ਸਟੂਡੈਂਟ ਦੀ ਫਿਰ ਇਹਨਾਂ ਦਾ ਕੋਟਾ ਆ। ਸੋ ਇਹ ਨੰਬਰ ਆਪੋ ਆਪਣੀ ਮੂੰਹ ਜ਼ਬਾਨ ਨਾਲ ਦੱਸਦੇ ਨੇ ਕਿ ਕੈਨੇਡਾ ਦਾ ਕੀ ਕਰ ਰਿਹਾ। ਸੋ ਕੈਨੇਡਾ ਦੇ ਵਿੱਚ ਸਿਰਫ ਤੇ ਸਿਰਫ ਮਾਰਕੀਟਿੰਗ ਕਈ ਵਾਰੀ ਹਾਵੀ ਹੋ ਜਾਂਦੀ ਹੈ, ਕਿਸੇ ਟਾਈਮ ਕਦੇ ਕਿਊਬਿਕ ਦੀ ਪ੍ਰੋਬਲਮ ਆ ਗਈ, ਉਹਦਾ ਕਰਕੇ ਥੋੜ੍ਹਾ ਬਹੁਤ ਹਾਈਲਾਈਟ ਕਰਤਾ ਕਿ ਸਟੂਡੈਂਟਸ ਦੀਆਂ ਫੀਸਾਂ ਸਟਰਕ ਹੋ ਗਈਆਂ, ਉਹਦਾ ਕਰਕੇ ਕਿਤੇ ਬ੍ਰੇਕ ਰਹੀ। ਬਟ ਓਵਰਆਲ ਕੈਨੇਡਾ ਦੇ ਵਿੱਚ ਵੀ ਇੱਕ ਚੀਜ਼ ਨਵੀਂ ਕ੍ਰਾਂਤੀ ਵਾਲੀ ਸ਼ੁਰੂ ਹੋਈ। ਕੈਨੇਡਾ ਦੇ ਵਿੱਚ ਕੀ ਕੀਤਾ, ਕੈਨੇਡਾ ਦੇ ਵਿੱਚ ਇਹਨਾਂ ਨੇ ਜਿਹੜੇ ਸਟੂਡੈਂਟਸ ਨੇ, ਕੈਨੇਡਾ ਦੇ ਵਿੱਚ ਜਿਹੜਾ ਸਟੂਡੈਂਟ ਪਹੁੰਚਿਆ ਹੋਇਆ ਜਿਹਦੇ ਕੋਲ ਕੰਮ ਕਰਨ ਦਾ ਅਧਿਕਾਰ ਹੈ, ਉਹਨਾਂ ਨੂੰ ਅਲਾਓ ਕਰਤਾ ਤੁਸੀਂ 20 ਘੰਟੇ ਤੋਂ ਵੱਧ ਕੰਮ ਕਰ ਸਕਦੇ ਹੋ। ਸੋ ਹੁਣ ਇਹ ਜਿਹੜੀ ਜਾਰੀ ਕੀਤਾ ਇਹ ਨਵੰਬਰ ਤੋਂ ਸ਼ੁਰੂ ਹੋ ਰਿਹਾ, ਰਾਈਟ, ਔਰ ਇਹ ਦਸੰਬਰ 2023 ਤੱਕ ਦਾ ਪ੍ਰੋਗਰਾਮ ਚੱਲੇਗਾ। ਮਤਲਬ ਕਿ ਤੁਸੀਂ ਅੱਗੇ ਤੁਹਾਡੇ ਕੋਲ ਲਿਮਟਿਡ ਆਵਰਸ ਨੇ ਕਿ ਤੁਸੀਂ ਕਿਤੇ ਜੌਬ ਕੀਤੀ ਸੀ 20 ਆਵਰਸ ਤੋਂ ਵੱਧ ਤੁਸੀਂ ਲਾਈਕ ਜਿਹੜਾ ਪੇਰੋਲ ਦੇ ਉੱਪਰ ਕੰਮ ਨਹੀਂ ਕਰ ਸਕਦੇ। ਸੋ ਹੁਣ ਆਫ ਕੈਂਪਸ, ਸੋ ਆਫ ਕੈਂਪਸ ਤੁਸੀਂ ਹੁਣ ਖੁੱਲ੍ਹ ਕੇ ਕੰਮ ਕਰ ਸਕਦੇ ਹੋ। ਉਹਦੀ ਜਿਹੜੀ ਰੋਕ ਲਗਾਈ ਸੀ ਉਹ ਹਟਾਤੀ। ਸੋ ਅਗਰ ਤੁਹਾਡੀ 2 ਦਿਨ ਕਲਾਸ ਹੈ, ਸੋ ਤੁਸੀਂ 15 ਘੰਟੇ ਦੀ ਕਲਾਸ ਅਗਰ ਲਾ ਰਹੇ ਹੋ, ਤੁਹਾਡੇ ਕੋਲ ਬਾਕੀ ਸਾਰੇ ਦਿਨ ਹਫਤੇ ਦੇ ਕੰਮ ਕਰਨ ਲਈ ਅਲਾਊਡ ਨੇ ਲੀਗਲੀ ਜੀ। ਸੋ ਇਹ ਤੋਂ ਸਿੱਧ ਕੀ ਹੋ ਰਿਹਾ ਕਿ ਜਿਹੜੀ ਅਸੀਂ ਹੁਨਰਮੰਦ ਕਾਮਿਆਂ ਦੀ ਗੱਲ ਕਰ ਰਹੇ ਹਾਂ, ਜਿਹੜੇ ਅਸੀਂ ਮੈਨ ਪਾਵਰ ਸ਼ਾਰਟੇਜ ਦੀ ਗੱਲ ਕਰ ਰਹੇ ਹਾਂ, ਕੈਨੇਡਾ ਯੂਥੋਂ ਗ੍ਰਸਤ ਹੈ। ਕੈਨੇਡਾ ਨੇ ਬਹੁਤ ਵੱਡੇ ਨੰਬਰਸ ਵਿੱਚ ਸਟੂਡੈਂਟਸ ਲਏ। ਕੈਨੇਡਾ ਹਰ ਸਾਲ 4-4.5 ਲੱਖ ਨਵੇਂ ਇਮੀਗ੍ਰੈਂਟਸ ਨੂੰ ਸੱਦਦਾ ਆ, ਬਟ ਉਹਦੇ ਬਾਵਜੂਦ ਵੀ ਤੁਸੀਂ ਵੇਖੋ ਕਿ ਜਿਹੜੇ ਸਟੂਡੈਂਟਸ ਨੂੰ ਅਲਾਓ ਕਰਨਾ ਪਿਆ ਕਿ ਇਹ ਐਕਸਟਰਾ ਕੰਮ ਕਰ ਸਕਣ ਜੀ, ਬਿਕੋਜ਼ ਸਟੂਡੈਂਟ, ਜੋ ਮੈਂ ਪਹਿਲਾਂ ਕਿਹਾ ਸੀ ਕਿ ਸਟੂਡੈਂਟ ਇਕਨੋਮੀ ਦੀ ਰਫਤਾਰ ਹੈ। ਸ਼ੋਰ ਸੋ ਇਕਨੋਮੀ ਚੱਲਦੀ ਕਿਤੋਂ, ਸਟੂਡੈਂਟ ਤੋਂ ਆ। ਜਿਨ੍ਹਾਂ ਮੁਲਕਾਂ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਡੇ ਨੇ, ਉਹਨਾਂ ਲਈ ਜਿਹੜਾ ਸੋਰਸ ਹੈ ਉਹ ਸਟੂਡੈਂਟ ਇੱਕ ਸੋਰਸ ਹੈ, ਔਰ ਇਕਨੋਮੀ ਬੂਸਟਰ ਦਾ ਕੰਮ ਕਰਦਾ ਹੈ। ਸੋ ਸਟੂਡੈਂਟਸ ਨੂੰ ਅਧਿਕਾਰ ਵੱਧ ਦੇਣਾ ਇਹ ਇਸੇ ਚੀਜ਼ ਦੀ ਪੁਸ਼ਟੀ ਕਰਦਾ ਕਿ ਕੈਨੇਡਾ ਬੰਦ ਨਹੀਂ ਹੋਣ ਵਾਲਾ। ਕੈਨੇਡਾ ਆਉਣ ਵਾਲੇ ਕਈ ਸਾਲਾਂ ਤੱਕ ਬੰਦ ਨਹੀਂ ਹੋਣ ਵਾਲਾ, ਕਿਉਂਕਿ ਕੈਨੇਡਾ ਜਿੰਨੇ ਸਟੂਡੈਂਟ ਜਾਂਦੇ ਆ ਉਹਦੇ ਨਾਲ ਕੈਨੇਡਾ ਦਾ ਵੀ ਭਲਾ ਆ ਤੇ ਬੱਚਿਆਂ ਦਾ ਵੀ ਭਲਾ ਆ। ਔਰ ਇਹ ਭਲਾ ਕਰਦਿਆਂ ਇੱਥੋਂ ਤੱਕ ਭਲਾ ਹੋ ਗਿਆ ਕਿ ਪੰਜਾਬ ਦੇ ਸਕੂਲ ਵੀ ਖਾਲੀ ਹੋਣ ਲੱਗ ਪਏ ਆ। ਸੋ ਭਲਾ ਓਬਵੀਅਸਲੀ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਮਿਲਦਾ ਆ, ਮਾਨ ਸਨਮਾਨ ਮਿਲਦਾ ਆ, ਕੰਮਕਾਰ ਮਿਲਦਾ ਆ, ਔਰ ਹੁਣ ਤੇ ਕੰਮਕਾਰ ਦੀ ਲਿਮਿਟ ਵੀ ਹਟਾਤੀ ਵੀ ਤੁਸੀਂ ਕੰਮ ਵੀ ਜਿੰਨਾ ਮਰਜ਼ੀ ਕਰ ਲਓ। ਬਿਲਕੁਲ। ਔਰ ਇਹ ਬੱਚਿਆਂ ਨੇ ਮੁੜ ਕੇ ਉਹਨਾਂ ਮੁਲਕਾਂ 'ਚ ਜਾ ਕੇ ਵਸਣਾ ਆ, ਇਹਨਾਂ ਨੇ ਮੁਲਕਾਂ ਨੇ ਬੱਚਿਆਂ ਨੇ ਮੁੜ ਕੇ ਇਹਨਾਂ ਮੁਲਕਾਂ ਦੀ ਤਕਦੀਰ ਬਣਨੀ ਆ।
ਇਹ ਦੋਨੋਂ ਪਾਸੇ ਇਹ ਮੁਲਕ ਦੀ ਤਕਦੀਰ ਲਿਖਦੇ ਨੇ ਤੇ ਮੁਲਕ ਇਹਨਾਂ ਦੀ ਤਕਦੀਰ ਲਿਖਦਾ ਆ। ਮਤਲਬ ਕੈਨੇਡਾ ਆਪਣਾ ਫਿਊਚਰ ਬਣਾ ਰਿਹਾ ਹੈ ਇੰਡੀਅਨ ਸਟੂਡੈਂਟਸ ਦੇ ਬੇਸ ਦੇ ਉੱਤੇ। ਹਾਂ, ਔਰ ਐਕਚੁਅਲੀ ਇੰਡੀਅਨ ਸਟੂਡੈਂਟਸ ਦੀ ਜਿਹੜੀ ਹਾਰਸ ਪਾਵਰ ਹੈ ਨਾ, that runs the economy of Canada। ਕੈਨੇਡਾ ਬੱਚਿਆਂ ਦਾ ਭਵਿੱਖ ਬਣਾ ਰਿਹਾ ਤੇ ਬੱਚੇ ਕੈਨੇਡਾ ਦਾ ਭਵਿੱਖ ਬਣਾ ਰਹੇ ਆ। ਮਿਊਚੁਅਲ ਬੈਨੀਫਿਟ ਹੈ। ਹਾਂ, ਇਹਨੂੰ ਅਸੀਂ ਵਿਨ ਵਿਨ ਸਿਚੁਏਸ਼ਨ ਕਹਿੰਦੇ ਦੋਨਾਂ ਲਈ। ਸੋ ਇਹ ਲਗਾਤਾਰ ਜਿਹੜਾ ਆ ਇਹਦਾ ਸਾਥ ਕਾਫੀ ਦੇਰ ਤੱਕ ਬਣਿਆ ਰਹਿਣਾ ਔਰ ਕੈਨੇਡਾ ਬੰਦ ਨਹੀਂ ਹੋਣ ਲੱਗਾ। ਕੈਨੇਡਾ ਹਮੇਸ਼ਾ ਚੱਲਦਾ ਰਹੇਗਾ, ਕੈਨੇਡਾ ਇਸੇ ਤਰੀਕੇ ਨਾਲ ਚੱਲੇਗਾ ਔਰ ਤੁਸੀਂ ਵੇਖੋਗੇ ਹਰ ਸਾਲ ਦਾ ਕੋਟਾ ਪਿਛਲੇ ਸਾਲ ਨੂੰ ਵੱਧ ਹੈ। ਸੋ ਜਿਹੜਾ ਕੋਟਾ ਆ ਚਾਹੇ ਇਮੀਗ੍ਰੈਂਟ ਦਾ ਆ ਉਹ 4,01,000, ਫਿਰ 4,21,000, ਫਿਰ 4,31,000, ਫਿਰ 4,51,000। ਸੋ ਇਹ ਕੰਟੀਨਿਊਸਲੀ ਇਨਕਰੀਜ਼ ਦੇ ਉੱਪਰ ਹੈ। ਸੋ ਹੁਣ 5 ਲੱਖ ਤੱਕ ਪਹੁੰਚ ਜਾਣਾ ਤਾਂ ਫਿਰ ਉਸ ਤੋਂ ਬਾਅਦ 6 ਲੱਖ ਤੱਕ ਪਹੁੰਚ ਜਾਣਾ। ਸੋ ਕੈਨੇਡਾ ਅਬਜ਼ੋਰਵ ਕਰਦਾ ਹੈ ਸਭ ਨੂੰ। ਸੋ ਇਸ ਕਰਕੇ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਆ ਕਿ ਜਿੰਨੇ ਸਟੂਡੈਂਟਸ ਆਉਣਗੇ ਉਹਨੇ ਦੇ ਨਾਲ ਕੈਨੇਡਾ ਦਾ ਭਲਾ ਹੋ ਰਿਹਾ। ਗੁੱਡ। ਸੋ ਆਈ ਥਿੰਕ ਆਪਾਂ ਸਾਰਾ ਕੁਝ ਕਵਰ ਅਪ ਕਰ ਲਿਆ ਹੈ ਇਸ ਹਫਤੇ ਦੇ ਐਪੀਸੋਡਸ ਵਾਸਤੇ। ਸੋ ਨੈਕਸਟ ਟਾਈਮ ਹੋਰ ਸਾਡੀਆਂ ਕੁਐਰੀਜ਼ ਆਉਣਗੀਆਂ ਜੋ ਸਟੂਡੈਂਟਸ ਦੀਆਂ, ਸਾਡੇ ਦਰਸ਼ਕਾਂ ਦੀਆਂ, ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਫਿਲਹਾਲ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਾਂਗੇ ਕਿ ਤੁਸੀਂ ਆਪਣੀਆਂ ਕੁਐਰੀਜ਼, ਆਪਣੇ ਕੁਐਸਚਨਸ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ ਤੇ ਨਾਲ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਔਰ ਤੁਸੀਂ ਹਮੇਸ਼ਾ ਦੇਖਦੇ ਰਹੋ ਪੰਜਾਬ ਮੇਲ USA TV।